हेलो दोस्तों, स्वागत है ਤੁਹਾਡਾ ਸਾਡੇ ਇਸ ਚੈਨਲ ਤੇ ਅੱਜ ਆਪਾਂ ਬੀਐਡ ਐਂਟਰੈਂਸ ਟੈਸਟ ਦੇ ਲਈ ਤਿਆਰੀ ਕਰ ਰਹੇ ਹਾਂ ਜਿਹੜਾ ਕਿ 2022-23 ਦੇ ਐਡਮਿਸ਼ਨ ਦੇ ਲਈ ਰਹਿਣ ਵਾਲਾ ਹੈ। ਜੇਕਰ ਤੁਸੀਂ ਕਿਸੇ ਵੀ ਪੰਜਾਬ ਦੇ ਕਾਲਜ ਦੇ ਵਿੱਚੋਂ ਬੀਐਡ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਕੰਬਾਈਨ ਫਾਰਮ ਆ ਜਾਂ ਜੁਆਇੰਟ ਪੰਜਾਬ ਬੀਐਡ ਦੇ ਲਈ ਫਾਰਮ ਫਿਲ ਕਰਨਾ ਪਵੇਗਾ। ਉਸ ਤੋਂ ਬਾਅਦ ਉਸ ਦਾ ਅਲੱਗ ਤੋਂ ਐਂਟਰੈਂਸ ਟੈਸਟ ਰਹੇਗਾ, ਤੁਹਾਨੂੰ ਉਹ ਕਲੀਅਰ ਕਰਨਾ ਪੈਣਾ ਹੈ। ਤੇ ਅੱਜ ਸਭ ਤੋਂ ਪਹਿਲਾਂ ਜਿਹੜਾ ਲੈਕਚਰ ਲੈ ਕੇ ਹਾਜ਼ਰ ਹੋ ਚੁੱਕੇ ਆ ਇਹ ਆ ਜਿਹੜਾ ਬੀਐਡ ਐਂਟਰੈਂਸ ਟੈਸਟ ਹੋਇਆ ਸੀ, ਐਂਟਰੈਂਸ ਟੈਸਟ ਹੋਇਆ ਸੀ 2019 ਦੇ ਵਿੱਚ। ਉਹਦੇ ਵਿੱਚ ਟੀਚਰ ਐਪਟੀਟਿਊਡ ਜਾਂ ਪੋਟੈਂਸ਼ੀਅਲ ਕਹਿ ਸਕਦੇ ਹੋ ਤੁਸੀਂ, ਟੀਚਰ ਪੋਟੈਂਸ਼ੀਅਲ, ਉਹਦੇ ਬਾਰੇ ਲਾਸਟ ਈਅਰ ਦੇ ਕੁਐਸਚਨ ਪੇਪਰ ਚੋਂ 35 ਐਮਸੀਕਿਊ ਲੈ ਕੇ ਹਾਜ਼ਰ ਹੋਏ ਆ। ਤੇ ਜੇਕਰ ਆਪਾਂ ਗੱਲ ਕਰੀਏ ਇਹ ਟੀਚਰ ਐਪਟੀਟਿਊਡ ਤੁਹਾਨੂੰ ਕਿੰਨੇ ਨੰਬਰ ਦਾ ਆਵੇਗਾ ਤਾਂ ਦੱਸ ਦੇਣਾ, 30 ਨੰਬਰ ਦਾ ਤੁਹਾਨੂੰ ਟੀਚਰ ਐਪਟੀਟਿਊਡ ਤੋਂ ਐਮਸੀਕਿਊ ਕੁਐਸਚਨ ਪੁੱਛੇ ਜਾਣਗੇ। ਤਾਂ ਉਹ ਟੀਚਰ ਐਪਟੀਟਿਊਡ ਟੈਸਟ ਦੇ ਵਿੱਚ ਕਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਉਹ ਆਪਾਂ ਡਿਸਕਸ ਕਰਾਂਗੇ, ਕਿਉਂਕਿ 2019 ਦੇ ਵਿੱਚੋਂ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਹਾਜ਼ਰ ਹੋਏ ਆ ਤੇ ਉਹੀ ਸ਼ਾਇਦ ਪੇਪਰ ਦੇ ਵਿੱਚ ਆ ਜਾਣ। ਤਾਂ ਮੈਂ ਅਲੱਗ ਤੋਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ, ਹਾਊ ਟੂ ਫਿਲ ਦਿਸ ਫਾਰਮ, ਤੇ ਫਾਰਮ ਨੂੰ ਕਿਵੇਂ ਫਿਲ ਕਰ ਸਕਦੇ ਆ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ। ਇਸ ਤੋਂ ਬਾਅਦ ਆਪਾਂ ਤਿਆਰੀ ਕਿਵੇਂ ਕਰ ਸਕਦੇ ਆ ਜਾਂ ਸਿਲੇਬਸ ਕੀ ਰਹੇਗਾ, ਤਾਂ ਸਿਲੇਬਸ ਨੂੰ ਲੈ ਕੇ ਵੀ ਮੈਂ ਅਲੱਗ ਤੋਂ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ। ਤਾਂ 4 ਭਾਗਾਂ, ਟੋਟਲ 5 ਭਾਗਾਂ ਦੇ ਵਿੱਚ ਸਿਲੇਬਸ ਵੰਡਿਆ ਹੋਇਆ। ਤਾਂ ਤੁਸੀਂ ਐਗਜ਼ਾਮ ਪੈਟਰਨ ਵੀ ਦੇਖ ਸਕਦੇ ਹੋ, ਟੀਚਰ ਐਪਟੀਟਿਊਡ ਦੇ ਵਿੱਚ ਕਿਹੜੇ ਟੌਪਿਕ ਆਪਾਂ ਕਵਰ ਕਰਨੇ ਨੇ ਉਹ ਵੀ ਦੇਖ ਸਕਦੇ ਹੋ। ਅੱਜ ਦੀ ਆਪਾਂ ਇੱਥੋਂ ਹੀ ਵੀਡੀਓ ਸਟਾਰਟ ਕਰਦੇ ਹਾਂ। ਟੀਚਰ ਐਪਟੀਟਿਊਡ ਦੇ ਐਮਸੀਕਿਊ ਕਿਹੜੇ ਨੇ, ਕਿੱਦਾਂ ਦੇ ਪੁੱਛੇ ਜਾ ਸਕਦੇ ਨੇ। ਇਸ ਤੋਂ ਬਾਅਦ ਸਭ ਤੋਂ ਜਿਹੜਾ ਪਹਿਲਾ ਬੀਐਡ ਐਂਟਰੈਂਸ ਟੈਸਟ ਦਾ 2019 ਦੇ ਟੀਚਰ ਐਪਟੀਟਿਊਡ ਦੇ ਵਿੱਚੋਂ ਜਿਹੜੇ ਲੈ ਗਏ ਨੇ, ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਆ ਆਪਾਂ ਦੇਖਦੇ ਹਾਂ, ਚੇਅਰਮੈਨ ਕੌਣ ਸੀਗਾ ਡਰਾਫਟ ਕਮੇਟੀ ਦਾ ਨੈਸ਼ਨਲ ਐਜੂਕੇਸ਼ਨ ਪਾਲਿਸੀ 2019 ਦੇ ਵਿੱਚ। ਤਾਂ ਆਪਸ਼ਨ ਆਪਣੇ ਕੋਲੇ 4 ਨੇ। ਇਸ ਤਰ੍ਹਾਂ ਇਹ ਆਇਆ ਸੀ ਆਪਾਂ ਨੂੰ 2019 ਦੇ ਪੇਪਰ ਦੇ ਵਿੱਚੋਂ, ਡਰਾਫਟ ਕੌਮੀ ਸਿੱਖਿਆ ਨੀਤੀ 2019 ਲਈ ਕਮੇਟੀ ਦਾ ਚੇਅਰਮੈਨ ਡੈਸ਼ ਹੈ। ਤੇ ਵਿੱਚ 4 ਆਪਸ਼ਨ ਨੇ। ਜਿਹੜਾ ਇਹਦਾ ਸਹੀ ਆਪਸ਼ਨ ਆ ਉਹ ਏ ਆਪਸ਼ਨ ਹੈ ਜੀ। ਏ ਆਪਸ਼ਨ ਦੇ ਵਿੱਚ ਕੀ ਦਿੱਤਾ ਹੋਇਆ ਹੈ, ਡਾਕਟਰ ਕੇ ਕਸਤੂਰੀ ਰੰਜਨ। ਜਿਹੜਾ ਇਹਦਾ ਸਹੀ ਆਨਸਰ ਹੈ ਏ। ਤਾਂ ਤੁਸੀਂ ਨੋਟ ਕਰ ਲਿਓ, ਆਪਣੀ ਕਾਪੀ ਤੇ ਨੋਟ ਕਰ ਸਕਦੇ ਹੋ, ਇਹ ਵਾਰ-ਵਾਰ ਤੁਸੀਂ ਵੀਡੀਓ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਸਾਰੇ ਐਮਸੀਕਿਊ ਦੇਖ ਲਓਗੇ ਜਿੰਨੇ ਵੀ ਅਸੀਂ ਕਰਾਵਾਂਗੇ ਚੈਨਲ ਤੇ ਲਗਾਤਾਰ, ਜਿਨ੍ਹਾਂ 'ਚ ਪੇਪਰ ਨਹੀਂ ਹੁੰਦਾ, ਜੇਕਰ ਤੁਸੀਂ ਉਹ ਕਵਰ ਕਰਦੇ ਹੋ ਤੁਹਾਨੂੰ ਕੋਈ ਲੋੜ ਨਹੀਂ ਹੈ ਕਿਤੇ ਵੀ ਕੋਚਿੰਗ ਲੈਣ ਦੀ, ਕੋਈ ਵੀ ਤਿਆਰੀ ਕਰਨ ਦੀ। ਤਾਂ ਬਹੁਤ ਸੌਖਾ ਗਾ ਟੀਚਰ ਪੋਟੈਂਸ਼ੀਅਲ ਨੂੰ ਲੈ ਕੇ ਟੀਚਰ ਐਪਟੀਟਿਊਡ ਤੁਸੀਂ ਆਰਾਮ ਦੇ ਨਾਲ ਕਲੀਅਰ ਕਰ ਸਕਦੇ ਹੋ। 30 ਨੰਬਰ ਦਾ ਹੋਵੇਗਾ। ਕੋਸ਼ਿਸ਼ ਕਰਾਂਗੇ 80% ਤੁਹਾਡੇ ਮਾਰਕਸ ਆ ਜਾਣ, ਮਤਲਬ ਕਿ 30 ਦੇ ਵਿੱਚੋਂ ਘੱਟੋ ਘੱਟ ਤੁਸੀਂ 25 ਨੰਬਰ ਤੁਹਾਡੇ ਆ ਜਾਣ ਜੇਕਰ ਤੁਸੀਂ ਇਹ ਸਾਰੇ ਟੀਚਰ ਐਪਟੀਟਿਊਡ ਦੇ ਐਮਸੀਕਿਊ ਕਰੋਗੇ ਸਾਡੇ ਇਸ ਚੈਨਲ ਤੇ। ਇਸ ਤੋਂ ਬਾਅਦ ਦੂਸਰਾ ਜਿਹੜਾ ਪ੍ਰਸ਼ਨ ਰਹੇਗਾ ਪੇਪਰ ਦੇ ਵਿੱਚ ਪੁੱਛੇਗਾ ਸੀ, ਦਾ ਮੈਗਨਾ ਕਾਰਟਾ ਆਫ ਇੰਗਲਿਸ਼ ਐਜੂਕੇਸ਼ਨ ਇਨ ਇੰਡੀਆ। ਤਾਂ ਮੈਗਨਾ ਕਾਰਟਾ ਮੈਂ ਤੁਹਾਨੂੰ ਦੱਸ ਦਿੰਦਾ, ਇਹ ਲੂਇਸ 12 ਦੇ ਵਿੱਚ ਸੀ, 11 ਜਾਂ 12 ਦੇ ਵਿੱਚ। ਉਹਦੇ ਵਿੱਚ ਫੰਡਾਮੈਂਟਲ ਰਾਈਟਸ ਸੀਗੇ। ਇਹ ਰਾਜ ਨੇ ਫੰਡਾਮੈਂਟਲ ਰਾਈਟਸ ਪਹਿਲੀ ਵਾਰ ਮਤਲਬ ਇਤਿਹਾਸ ਦੇ ਵਿੱਚ ਲਿਖ ਕੇ ਦਿੱਤੇ ਗਏ ਸੀ ਜਿਨ੍ਹਾਂ ਨੂੰ ਰਿਟਨ ਸੀਗੇ। ਤਾਂ ਇਹ ਉਹ ਮੈਗਨਾ ਕਾਰਟਾ ਨਹੀਂ, ਉਸਦੇ ਆਧਾਰ ਤੇ ਹੀ ਐਜੂਕੇਸ਼ਨ ਦੇ ਵਿੱਚ ਪੁੱਛਿਆ ਗਿਆ ਹੈ। ਤੁਸੀਂ ਐਜੂਕੇਸ਼ਨ ਦੇ ਵਿੱਚ ਪੁੱਛਿਆ ਗਿਆ। ਮੈਗਨਾ ਕਾਰਟਾ 2 ਟਾਈਪ ਦਾ, ਇੱਕ ਹਿਸਟਰੀ ਦੇ ਵਿੱਚ ਪੁੱਛਿਆ ਜਾ ਸਕਦਾ ਤੁਹਾਡੇ ਤੋਂ, ਇੱਕ ਐਜੂਕੇਸ਼ਨ ਦੇ ਵਿੱਚ ਜਾਂ ਟੀਚਰ ਐਪਟੀਟਿਊਡ ਦੇ ਵਿੱਚ। ਤਾਂ ਇਹਦੇ ਵਿੱਚ ਆਪਣੇ ਕੋਲ ਆਪਸ਼ਨ ਨੇ ਇਹ ਚਾਰਟਰ ਐਕਟ। ਦੇਖੋ ਜੇਕਰ ਗੱਲ ਕਰੀਏ ਬੀਐਡ ਐਂਟਰੈਂਸ ਟੈਸਟ ਜਿਹੜਾ 2022-23 ਦੀ ਐਡਮਿਸ਼ਨ ਦੇ ਲਈ ਹੋਵੇਗਾ, ਉਹ ਤੁਹਾਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਮਿਲੇਗਾ, ਨਾਲ ਪੰਜਾਬੀ ਦੇ ਵਿੱਚ ਵੀ ਮਿਲੇਗਾ। ਇਸ ਕਰਕੇ ਮੈਂ ਜਿਹੜਾ ਪ੍ਰਸ਼ਨ ਲੈ ਕੇ ਹਾਜ਼ਰ ਹੋਇਆ ਉਹ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਦੋਨਾਂ 'ਚ ਮਿਲੇਗਾ ਤੁਹਾਨੂੰ। ਤੁਸੀਂ ਕਰ ਸਕਦੇ ਹੋ, ਜਿਵੇਂ ਇਹ 'ਚ ਚਾਰਟਰ ਐਕਟ ਉਹਦੇ ਬਾਰੇ ਵੀ ਪੜ੍ਹਿਓ, ਜ਼ਰੂਰ ਪੜ੍ਹਿਓ। ਇਸ ਤੋਂ ਬਾਅਦ ਦੇਖੋ ਇਹਦੇ ਵਿੱਚ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਸੀ, ਵੁਡਸ ਡਿਸਪੈਚ ਔਨ ਐਜੂਕੇਸ਼ਨ। ਇਹ ਜ਼ਰੂਰ ਤੁਸੀਂ ਬਰੀਫਲੀ ਪੜ੍ਹਿਓ ਕਿ ਇਸ ਦੇ ਆਧਾਰ ਤੇ ਤੁਹਾਡੇ ਤੋਂ ਪੁੱਛੇ ਜਾਣਗੇ। ਉਸ ਤੋਂ ਬਾਅਦ ਰਿਪੋਰਟ ਆਫ ਸਾਰਜੈਂਟ ਕਮਿਸ਼ਨ ਜਿਹੜਾ ਆਇਆ ਸੀ 1944 ਦੇ ਵਿੱਚ, ਤੇ ਇਹ ਵੀ ਤੁਸੀਂ ਪੜ੍ਹਿਓ। 1854 ਦੇ ਵਿੱਚ ਜਿਹੜਾ ਆਇਆ ਸੀ ਗੁੱਡਸ ਡਿਸਪੈਚ ਔਨ ਐਜੂਕੇਸ਼ਨ। ਤੇ ਬ੍ਰਿਟਿਸ਼ ਤੇ ਜਦੋਂ 1947 ਤੋਂ ਪਹਿਲਾਂ ਤਾਂ ਅੰਗਰੇਜ਼ ਰਾਜ ਕਰਦੇ ਸੀ, ਉਸ ਟਾਈਮ ਇਹ ਆਇਆ ਸੀ। ਇਹਦੇ ਵਿੱਚ ਬਹੁਤ ਇੰਪੋਰਟੈਂਟ ਆ, ਇਸ ਤਰ੍ਹਾਂ ਦੇ ਤੁਹਾਡੇ ਤੋਂ ਪੁੱਛੇ ਜਾਣਗੇ। ਗੁੱਡ ਡਿਸਪੈਚ ਔਨ ਐਜੂਕੇਸ਼ਨ 1854 ਦੇ ਵਿੱਚ ਆਇਆ, ਇਹਨੂੰ ਜ਼ਰੂਰ ਤੁਸੀਂ ਬਰੀਫਲੀ ਪੜ੍ਹਨਾ ਹੈ। ਇਸ ਤੋਂ ਬਾਅਦ ਪ੍ਰਸ਼ਨ ਨੰਬਰ 3 ਜਿਹੜਾ ਪੁੱਛਿਆ ਗਿਆ ਸੀਗਾ, ਉਹਨਾਂ ਨੇ ਪੁੱਛਿਆ ਸੀ ਕਿਹੜੀ ਡਿਗਰੀ ਦੇ ਨਾਲ ਮੇਜ਼ਰ ਕਰ ਸਕਦੇ ਆ ਟੈਸਟ ਨੂੰ। ਤਾਂ ਉਹ ਡਿਗਰੀ ਹੈ ਜਿਸ ਨਾਲ ਇੱਕ ਟੈਸਟ ਮਾਪਦਾ ਹੈ, ਜਿਸ ਨੂੰ ਮਾਪਣਾ ਚਾਹੀਦਾ ਹੈ। ਤਾਂ ਇਹਦੇ ਵਿੱਚ ਇਹ ਹੈ, ਦੇਖੋ ਆਪਸ਼ਨ ਆਪਣੇ ਕੋਲੇ 4 ਨੇ, 4 ਦੇ ਵਿੱਚੋਂ ਜਿਹੜਾ ਸਹੀ ਆਪਸ਼ਨ ਆ ਉਹਦਾ ਹੈ ਵੈਲਿਡਿਟੀ।
ਤਾਂ ਵੈਧਤਾ ਮਤਲਬ ਟਾਈਮਿੰਗ ਆਪਣੀ ਏਜ ਲਿਮਿਟ ਦੀ ਗੱਲ ਕਰਦੇ ਆ, ਠੀਕ ਹੈ, ਟਾਈਮਿੰਗ। ਤਾਂ ਇਹਦੇ ਵਿੱਚ ਜਿਹੜਾ ਬੀ ਸਹੀ ਆਨਸਰ ਹੈ, ਬੀ ਦਾ ਰਾਈਟ ਆਨਸਰ ਹੈ। ਇਸ ਤੋਂ ਬਾਅਦ ਇਹ ਹਿਸਟਰੀ ਦਾ 20 ਨੰਬਰ ਦੇ ਜਿਹੜਾ ਪ੍ਰਸ਼ਨ ਪੁੱਛਿਆ ਗਿਆ ਸੀਗਾ ਸੈੱਟ ਦੇ ਵਿੱਚੋਂ, ਤਾਂ 20 ਨੰਬਰ ਦਾ ਸੇਮ ਚੱਕ ਕੇ ਅਸੀਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਇਹਦੇ ਵਿੱਚ ਹਿਸਟਰੀ ਦਾ ਵੀ ਇਹ ਹੈਗਾ, ਕਰੰਟ ਵੀ ਕਹਿ ਸਕਦੇ ਹੋ। ਇਹ ਹਿਸਟਰੀ ਦੇ ਵਿੱਚੋਂ ਵੀ ਕਦੋਂ ਮਤਲਬ ਕਿੱਥੇ ਹੈ, ਤੇ ਕਰੰਟ ਦੇ ਵਿੱਚੋਂ ਵੀ ਹੈ। ਨੈਸ਼ਨਲ ਸਕੂਲ ਆਫ ਡਰਾਮਾ ਕਿੱਥੇ ਸਥਿਤ ਹੈ ਜੀ? ਉਹਦੇ ਵਿੱਚ ਆਪਸ਼ਨ ਆਪਣੇ ਕੋਲ ਏ ਮੁੰਬਈ, ਬੀ ਨਿਊ ਦਿੱਲੀ, ਕੋਲਕਾਤਾ, ਚੇਨਈ। ਇਹਦੇ ਵਿੱਚ 4 ਆਪਸ਼ਨ ਨੇ, ਜਿਹੜਾ ਇਹਦਾ ਸਹੀ ਆਪਸ਼ਨ ਆ ਉਹ ਬੀ ਹੈ ਜੀ, ਕਿਉਂਕਿ ਬਹੁਤ ਸਾਰੇ ਅੱਜ ਦੇ ਐਕਟਰ ਇੱਥੋਂ ਸਟੱਡੀ ਕੀਤੀ ਨਹੀਂ, ਸਟੱਡੀ ਕਰਕੇ ਡਰਾਮਾ ਦੇ ਵਿੱਚ ਫਿਰ ਉਹ ਐਕਟਿੰਗ ਲਾਈਨ ਦੇ ਵਿੱਚ ਆਏ ਨੇ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਓ, ਬਹੁਤ ਸੌਖਾ ਹੈਗਾ। ਵੈਸੇ ਐਜੂਕੇਸ਼ਨ ਦੇ ਨਾਲ ਕੋਈ ਇਹਦਾ ਲਿੰਕ ਨਹੀਂ ਸੀ, ਬਟ ਫਿਰ ਵੀ ਮੈਨੂੰ ਲੱਗਿਆ ਐਜੂਕੇਸ਼ਨ ਦੇ ਨਾਲ ਇਹਦਾ ਕਿਤੇ ਨਾ ਕਿਤੇ ਲਿੰਕ ਹੋ ਰਿਹਾ। ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਜੇ ਮੈਂ ਪ੍ਰਸ਼ਨ ਦੀ ਗੱਲ ਕਰਾਂ ਤਾਂ ਉਹ 22 ਨੰਬਰ ਤੇ ਸੀ। ਕਿਉਂ ਸੀਗਾ? ਜਿਹਦੇ ਦੇਖ ਲੈਂਦੇ ਆ ਕਿ ਭਾਰਤ ਸਰਕਾਰ ਨੇ ਇੰਡੀਅਨ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਜਿਹੜਾ 1860 ਦੇ ਤਹਿਤ ਕਿਸ ਏਜੰਸੀ ਦੇ ਨਿਰਮਾਣ ਨੂੰ ਸਿੱਖਿਆ ਪ੍ਰੀਖਣ ਦੀ ਪ੍ਰਵਾਨਗੀ ਦਿੱਤੀ ਸੀ? ਸਿੱਖਿਆ ਨੂੰ ਮਤਲਬ ਕਿ ਐਜੂਕੇਸ਼ਨ ਟੈਸਟਿੰਗ ਅੰਡਰ ਇੰਡੀਅਨ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਥਰੂ 1860 ਦੇ ਵਿੱਚ ਆਏ ਸੀ। ਕਿਹੜੀ ਏਜੰਸੀ ਨੂੰ ਦਿੱਤਾ ਗਿਆ ਸੀ? ਇਹਦੇ ਵਿੱਚ ਏਜੰਸੀ ਨੈਸ਼ਨਲ ਐਜੂਕੇਸ਼ਨ ਏਜੰਸੀ, ਨੈਸ਼ਨਲ ਟੈਸਟਿੰਗ ਏਜੰਸੀ। ਟੈਸਟਿੰਗ ਵਾਲਾ ਤਾਂ ਤੁਸੀਂ ਕਦੇ ਵੀ ਨਾ ਸਮਝੋ, ਇਦਾਂ ਦੀ ਕੋਈ ਏਜੰਸੀ ਹੈ ਨਹੀਂ ਗੀ, ਮਤਲਬ ਕਿ ਇਦਾਂ ਦੀ। ਤਾਂ ਇਹਦੇ ਵਿੱਚ ਜਿਹੜਾ ਸਹੀ ਆਪਸ਼ਨ ਆ 22 ਨੰਬਰ ਤੇ ਆਪਾਂ ਗੱਲ ਕਰਦੇ ਹਾਂ, ਸੌਰੀ ਇਸ ਐਜੂਕੇਸ਼ਨ ਟੈਸਟ। ਦੇਖੋ ਨੈਸ਼ਨਲ ਐਜੂਕੇਸ਼ਨ ਟੈਸਟ ਆਪਾਂ ਕਹਿ ਦਈਏ ਇਹ ਵੀ ਨਹੀਂ ਹੈ। ਉਸ ਤੋਂ ਬਾਅਦ ਨੈਸ਼ਨਲ ਹਾਈ ਐਜੂਕੇਸ਼ਨ ਟੈਸਟਿੰਗ ਏਜੰਸੀ, ਤਾਂ ਇਹ ਵੀ ਨਹੀਂ ਹੈ। ਜੇਕਰ ਗੱਲ ਕਰੀਏ ਆਪਾਂ ਰਾਈਟ ਆਪਸ਼ਨ ਦੀ, ਤਾਂ ਇਹਦੇ ਵਿੱਚ ਵੀ ਸਹੀ ਆ, ਰਾਸ਼ਟਰੀ ਜਾਂਚ ਏਜੰਸੀ ਨੂੰ ਦਿੱਤਾ ਗਿਆ ਸੀ। ਸੌਰੀ ਇੱਥੇ ਗਲਤ ਲਿਖਿਆ ਗਿਆ, ਇਹਨੂੰ ਹੀ ਦਿੱਤਾ ਸੀ, ਕਿਉਂਕਿ ਨੈਸ਼ਨਲ ਐਜੂਕੇਸ਼ਨ ਏਜੰਸੀ ਦਾ ਨਹੀਂ ਆ ਕਹਿ ਸਕਦੇ, ਨੈਸ਼ਨਲ ਟੈਸਟਿੰਗ ਏਜੰਸੀ ਨੇ ਹੀ ਇਹ ਕੰਡਕਟ ਕੀਤਾ ਸੀ, ਕਿਉਂਕਿ ਉਸ ਟਾਈਮ ਇਦਾਂ ਦੀਆਂ ਬਣੀਆਂ। ਇਹ ਤਾਂ ਸਭ ਬਾਅਦ ਵਿੱਚ ਬਣਦੀ ਹੈ, ਇਹ ਬਾਅਦ ਚ ਬਣੀਆਂ ਨੇ। ਥੋੜਾ ਜਿਹਾ ਪਿਛਲੀ ਆਪਾਂ ਗੱਲ ਕਰੀਏ, ਇਹ 'ਚ ਥੋੜੀ ਜਿਹੀ ਕਨਫਿਊਜ਼ਨ ਸੀ, ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀਆਂ ਸੀਗੀਆਂ, ਸੇਮ ਸੀ ਸਾਰਿਆਂ ਦਾ, ਬਟ ਉਹ ਕਿਤੇ ਐਜੂਕੇਸ਼ਨ ਲਿਖਿਆ ਹੋਇਆ ਸੀ, ਤਾਂ ਇੱਥੇ ਹਾਇਰ ਐਜੂਕੇਸ਼ਨ ਟੈਸਟ ਤਾਂ ਮਤਲਬ ਇੱਥੇ ਹੀ ਲਿਖਿਆ ਗਿਆ ਸੀਗਾ ਬਹੁਤ ਸ਼ਾਰਟ ਦੇ ਵਿੱਚ। ਹਜੇ ਵੀ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ, ਹਜੇ ਵੀ ਕਨਫਿਊਜ਼ਨ ਆ ਇਹਦੇ ਵਿੱਚ ਕਾਫੀ ਚੀਜ਼ਾਂ ਨੂੰ ਲੈ ਕੇ, ਬਟ ਜਿਹੜਾ ਆਨਸਰ ਜਿਹੜਾ ਸਹੀ ਆਇਆ ਸੀ ਉਹ ਇਹੀ ਆਇਆ ਸੀਗਾ। ਨੈਕਸਟ ਚੱਲਦੇ ਹਾਂ, ਜ਼ਕੀਰ ਹੁਸੈਨ। ਜ਼ਕੀਰ ਹੁਸੈਨ ਕਮੇਟੀ ਨੂੰ ਜ਼ਰੂਰ ਤੁਸੀਂ ਪੜ੍ਹਿਓ ਬਰੀਫਲੀ ਥੋੜਾ ਜਿਹਾ, ਕਦੋਂ ਆਈ ਸੀ, ਕੀ ਇਹਨਾਂ ਦੇ ਮਤਲਬ ਮੰਗਾਂ ਸੀਗੀਆਂ, ਮਤਲਬ ਕੀ ਇਹਨਾਂ ਦੇ ਵਿੱਚ ਗੱਲਾਂ ਲਿਖੀਆਂ ਗਈਆਂ, ਬਹੁਤ ਜ਼ਰੂਰੀ ਨੇ, ਕੀ ਨੋਟਸ ਹਨ। ਇਹਦੇ ਵਿੱਚ ਪੜ੍ਹਦੇ ਹਾਂ ਕਿ ਵਿਚ ਆਫ ਦਾ ਫੋਲੋਇੰਗ ਸਕੀਮ ਆਫ ਮਾਡਰਨ ਐਜੂਕੇਸ਼ਨ। ਦੇਖੋ ਮਾਡਰਨ ਐਜੂਕੇਸ਼ਨ ਮੈਂ ਤਾਂ ਕਹਿ ਰਿਹਾ, ਬਹੁਤ 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 ਇੰਪੋਰਟੈਂਟ ਹੈ, ਕਿਉਂਕਿ ਮਾਡਰਨ ਐਜੂਕੇਸ਼ਨ ਦੀ ਗੱਲ ਕੀਤੀ ਆ। ਮਾਡਰਨ ਐਜੂਕੇਸ਼ਨ ਐਸੋਸੀਏਟਡ ਵਿਦ ਜ਼ਕੀਰ ਹੁਸੈਨ ਕਮੇਟੀ। ਤਾਂ ਜ਼ਕੀਰ ਹੁਸੈਨ ਕਮੇਟੀ ਨਾਲ ਸੰਬੰਧਿਤ ਆਧੁਨਿਕ ਸਿੱਖਿਆ ਦੀ ਯੋਜਨਾ ਜਿਹੜੀਆਂ ਨਿਮਨਲਿਖਤ ਵਿੱਚ ਕਿਹੜੀ ਹੈ? ਆਪਸ਼ਨ ਆਪਣੇ ਕੋਲ ਹੈ ਰਾਸ਼ਟਰੀ ਸਿੱਖਿਆ ਆਯੋਗ, ਠੀਕ ਹੈ ਜੀ, ਸਿੱਖਿਆ ਤੇ ਰਾਸ਼ਟਰੀ ਨੀਤੀ, ਬੁਨਿਆਦੀ ਸਿੱਖਿਆ ਦੀ ਵਰਦਾ ਯੋਜਨਾ, ਭਾਰਤੀ ਸਿੱਖਿਆ ਆਯੋਗ। ਇਹਦੇ ਵਿੱਚ ਆਪਣੇ ਕੋਲ 4 ਆਪਸ਼ਨ ਨੇ। ਜੇਕਰ ਸਹੀ ਆਪਸ਼ਨ ਦੀ ਗੱਲ ਕਰੀਏ ਤਾਂ 30 ਦਾ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਸੀ, ਵਰਦਾ ਸਕੀਮ ਆਫ ਬੇਸਿਕ ਐਜੂਕੇਸ਼ਨ। ਜੇਕਰ ਆਪਾਂ ਜ਼ਕੀਰ ਹੁਸੈਨ ਕਮੇਟੀ ਦੀ ਗੱਲ ਕਰੀਏ ਤਾਂ ਉਹ ਬੇਸਿਕ ਐਜੂਕੇਸ਼ਨ ਨੂੰ ਲੈ ਕੇ ਸੀਗਾ, ਜਿਹੜਾ 1937 ਦੇ ਵਿੱਚ ਆਇਆ। ਮੰਨ ਲਓ 10 ਸਾਲ ਆਜ਼ਾਦੀ ਤੋਂ 10 ਸਾਲ ਪਹਿਲਾਂ, ਕਿਉਂਕਿ 1947 ਦੇ ਵਿੱਚ ਆਪਣੇ ਆਜ਼ਾਦ ਹੋਇਆ ਦੇਸ਼, ਇਸ ਤੋਂ 10 ਸਾਲ ਪਹਿਲਾਂ ਇਹ ਕਮੇਟੀ ਆਈ। ਇਸ ਤਰ੍ਹਾਂ ਵੀ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਇਸ ਤੋਂ ਬਾਅਦ ਜਿਹੜਾ ਮੋਸਟ ਇੰਪੋਰਟੈਂਟ ਫਿਰ ਤੋਂ ਆ ਗਿਆ, 2017 ਦੇ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਹੋਇਆ ਸੀਗਾ, ਕਿਹੜੀ ਕਲਾਸ ਤੋਂ ਕੰਡਕਟ ਕੀਤਾ ਗਿਆ ਸੀਗਾ? ਇਹਦੇ ਵਿੱਚ ਲਿਖਿਆ ਕਲਾਸ 1 ਤੋਂ 5ਵੀਂ ਤੱਕ, ਕਲਾਸ 6ਵੀਂ ਤੋਂ 8ਵੀਂ ਤੱਕ, ਕਲਾਸ 2 6ਵੀਂ ਤੇ 8ਵੀਂ, ਤੇ ਕਲਾਸ 3 5ਵੀਂ ਤੇ 8ਵੀਂ। ਦੇਖੋ ਜੀ ਮੈਂ ਗੱਲ ਕਰਾਂ ਬੋਰਡ ਦੀਆਂ ਕਲਾਸਾਂ, ਤੁਸੀਂ ਧਿਆਨ ਦੇ ਵਿੱਚ ਰੱਖੋ ਕਿਹੜੀ ਦੇ ਹੋ ਸਕਦਾ ਜਿਹੜੀਆਂ ਬੋਰਡ ਦੀਆਂ ਕਲਾਸਾਂ ਹੋਣ। ਆਪਾਂ ਪੰਜਾਬ 'ਚ ਮੇਨਲੀ 8ਵੀਂ ਕਲਾਸ ਵੀ ਬੋਰਡ ਦੀ ਹੁੰਦੀ ਹੈ, ਤੇ 5ਵੀਂ ਕਲਾਸ ਵੀ ਬੋਰਡ ਦੀ ਹੁੰਦੀ ਹੈ, ਇਹ ਤਾਂ ਪੱਕਾ ਹੀ ਆ। ਇਹ ਨਹੀਂ ਹੋ ਸਕਦਾ ਕਿਉਂਕਿ 6ਵੀਂ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ, 8ਵੀਂ ਹੋ ਸਕਦੀ ਹੈ, ਬਟ ਇਹ 8ਵੀਂ ਨਹੀਂ ਸੀ ਇਕੱਲੀ। ਇਹਦੇ ਵਿੱਚ 6ਵੀਂ ਤੋਂ 8ਵੀਂ ਜ਼ਰੂਰ ਹੋ ਸਕਦਾ, ਪਰ ਇਹਨਾਂ ਨੇ ਨਹੀਂ ਕੀਤੀ ਸੀ। ਪਰ ਜੇ ਤੀਜੀ ਨੂੰ ਵੀ ਇਹਨਾਂ ਨੇ ਤੀਜੀ ਕਲਾਸ ਮਤਲਬ ਤੀਸਰੀ ਕਲਾਸ ਨੂੰ ਵੀ ਮੈਂਸ਼ਨ ਕੀਤਾ ਸੀ। ਇਸ ਕਰਕੇ ਜਿਹੜਾ ਨੈਸ਼ਨਲ ਅਚੀਵਮੈਂਟ ਸਰਵੇ ਹੋਇਆਗਾ ਉਹਦਾ ਸਹੀ ਆਨਸਰ ਹੈ ਡੀ, 24 ਦਾ ਜਿਹੜਾ ਡੀ ਸਹੀ ਆਨਸਰ ਹੈ ਜੀ, ਕਿਉਂਕਿ ਉਹ ਤੀਜੀ ਕਲਾਸ ਨੂੰ ਵੀ ਇੰਕਲੂਡ ਕੀਤਾ ਸੀ ਇਸ ਸਰਵੇ ਦੇ ਵਿੱਚ।
ਇਸ ਤੋਂ ਬਾਅਦ ਟੀਚਿੰਗ ਵੁੱਡ ਬੀ ਮੋਰ ਇਫੈਕਟਿਵ ਇਫ ਦਾ ਟੀਚਰ, ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਇਹਦੇ ਵਿੱਚ ਥੋੜੀ ਜਿਹੀ ਇਸ ਤਰ੍ਹਾਂ ਹੀ ਆ, ਜੇਕਰ ਤੁਸੀਂ ਮੈਂਟਲੀ ਸਟਰੋਂਗ ਹੋ, ਤੁਹਾਨੂੰ ਇੱਕ ਚੀਜ਼ਾਂ ਦਾ ਪਤਾ, ਛੋਟੇ ਛੋਟੇ ਕਨਸੈਪਟਾਂ ਦਾ ਪਤਾ, ਫਿਰ ਤੁਸੀਂ ਇਹ ਜਿਹੜਾ ਟੀਚਰ ਐਪਟੀਟਿਊਡ ਆ ਜਾਂ ਪੋਟੈਂਸ਼ੀਅਲ ਆ ਈਜ਼ੀਲੀ ਤੁਸੀਂ ਕਰ ਸਕਦੇ ਹੋ, ਇਹ ਦਿੱਕਤ ਵਾਲੀ ਗੱਲ ਨਹੀਂ ਹੈ। ਦੇਖੋ ਇਹਦੇ ਵਿੱਚ ਲਿਖਿਆ ਹੈ ਮੋਰ ਇਫੈਕਟਿਵ ਕਿਵੇਂ ਬਣਾ ਸਕਦਾ ਟੀਚਿੰਗ ਨੂੰ, ਇੱਕ ਤੁਸੀਂ ਐਜ਼ ਏ ਟੀਚਰ ਬਣੋਗੇ ਆਫਟਰ ਬੀਐਡ ਤੋਂ ਬਾਅਦ, ਤੁਸੀਂ ਸੋਚੋ ਉਹਨੂੰ ਇਫੈਕਟਿਵ ਕਿਵੇਂ ਬਣਾਇਆ। ਜਦੋਂ ਤੁਸੀਂ ਪੇਪਰ ਦੇ ਵਿੱਚ ਬਹਿ ਗਿਆ, ਇਹੀ ਸੋਚ ਕੇ ਬਹਿਣਾ ਵੀ ਮੇਰੇ ਅੱਗੇ ਸਟੂਡੈਂਟ ਆ, ਮੈਂ ਉਹਨਾਂ ਦਾ ਟੀਚਰ ਆ ਤੇ ਮੈਂ ਕਿਵੇਂ ਕਿਵੇਂ ਸੁਧਾਰੂ ਆਪਣੇ ਆਪ ਨੂੰ। ਇਹਦੇ ਵਿੱਚ ਲਿਖਿਆ ਆ ਕਿ ਉਹ ਉਸਦਾ ਇਰਾਦਾ ਉਦੇਸ਼ਪੂਰਨ ਵਾਲਾ ਹੋਵੇ, ਮਤਲਬ ਓਬਜੈਕਟਿਵ ਪਰਪਸਫੁਲੀ ਹੋਵੇ, ਮਾਸਟਰ ਹੋਵੇ ਆਪਣੇ ਸਬਜੈਕਟ ਦਾ, ਮਤਲਬ ਕਿ ਇੱਕ ਸਬਜੈਕਟ ਦੇ ਵਿੱਚ ਹਾਸਲਤਾ ਹੋਵੇ। ਉਸ ਤੋਂ ਬਾਅਦ ਯੂਜ਼ ਵੇਰੀਅਸ ਇੰਸਟਰਕਸ਼ਨਲ ਏਡਸ, ਤਾਂ ਵੱਖੋ ਵੱਖਰੇ ਸਹਾਇਕ ਨਿਰਦੇਸ਼ਾਂ ਦੀ ਵਰਤੋਂ ਕਰੇ। ਉਸ ਤੋਂ ਬਾਅਦ ਸੀ ਹੈ ਜਿਹੜਾ ਇਹਦੇ ਵਿੱਚ ਓਬਜੈਕਟਿਵ ਇਨ ਦਾ ਬਿਗਨਿੰਗ, ਸ਼ੁਰੂਆਤ ਵਿੱਚ ਉਸਨੇ ਉਦੇਸ਼ ਜਿਹੜੇ ਰਹਿਣਗੇ ਉਦੇਸ਼ਾਂ ਦੀ ਘੋਸ਼ਣਾ ਕਰ ਦੇਵੇ। ਤਾਂ ਉਦੇਸ਼ ਘੋਸ਼ਣਾ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ, ਅਸਲੀ ਮਤਲਬ ਤਾਂ ਟੀਚਿੰਗ ਦਾ ਉਦੇਸ਼ ਦੀ ਘੋਸ਼ਣਾ ਕਰ ਦੇਗਾ ਤਾਂ ਮਤਲਬ ਇਸਦਾ ਇਹ ਥੋੜੀ ਆ ਵੀ ਉਹ ਵਧੀਆ ਤਰੀਕੇ ਦੇ ਨਾਲ ਪੜ੍ਹਾ ਸਕਦਾ। ਇਸ ਤੋਂ ਬਾਅਦ ਪਹਿਲਾਂ ਉਸਦਾ ਇਰਾਦਾ ਉਦੇਸ਼ਪੂਰਨ, ਆਪਣੇ ਉਦੇਸ਼ ਤਾਂ ਲੈ ਕੇ ਚੱਲ ਰਿਹਾ, ਪਰ ਉਹ ਕਿਵੇਂ ਪੜ੍ਹਾਵੇਗਾ ਬੱਚਿਆਂ ਨੂੰ, ਉਦੇਸ਼ ਲੈ ਕੇ ਤਾਂ ਚੱਲ ਰਿਹਾ, ਪੜ੍ਹਾਵੇਗਾ ਕਿਵੇਂ, ਬਹੁਤ ਇਹ ਵੀ ਨਹੀਂ ਹੋ ਸਕਦਾ। ਵਿਸ਼ੇ ਦਾ ਮਾਲਕ ਹੋਣਾ ਜਾਂ ਵਿਸ਼ੇ ਦੇ ਉੱਪਰ ਕਮਾਂਡ ਹੋਣੀ, ਇਹ ਵੀ ਸਹੀ ਨਹੀਂ ਹੈ, ਕਿਉਂਕਿ ਵਿਸ਼ੇ ਤੇ ਕਮਾਂਡ ਹੋ ਸਕਦੀ ਹੈ, ਉਹਦੇ ਕੋਲ ਕਮਿਊਨੀਕੇਸ਼ਨ ਸਕਿੱਲ ਹੀ ਨਾ ਹੋਈ, ਕਮਿਊਨੀਕੇਸ਼ਨ ਸਕਿੱਲ ਨੂੰ ਨਾਲ ਲੈਂਦੇ ਹੋਏ ਪੜ੍ਹਾਉਣਗੇ। ਦੇਖੋ ਇਹਦੇ ਵਿੱਚ ਜਿਹੜਾ ਸਹੀ ਆਪਸ਼ਨ ਆ ਉਹ ਸੀ ਹੈ ਯੂਜ਼ ਵੇਰੀਅਸ ਇੰਸਟਰਕਸ਼ਨ ਏਡਸ, ਤੇ ਇੰਸਟਰਕਸ਼ਨ ਏਡਸ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਆ ਜਾਂਦੇ ਆ। ਦੇਖੋ ਆਡੀਓ ਵਿਜ਼ੂਅਲ ਏਡਸ ਜਿੰਨੇ ਵੀ ਨੇ, ਦੇਖੋ ਉਹਦੇ ਵਿੱਚ ਕੀ ਆ ਜਾਊਗਾ, ਉਹਦੇ ਵਿੱਚ ਵੀਡੀਓ ਆਊਗੀ, ਠੀਕ ਹੈ ਜੀ, ਫੋਟੋ ਆਵੇਗੀ, ਕੋਈ ਸ਼ੇਪ ਹੋਗੀ ਮੈਥ ਦੇ ਵਿੱਚ, ਜੇਕਰ ਮੈਥ ਆ ਸ਼ੇਪ ਹੋਗੀ, ਡਾਇਗ੍ਰਾਮ ਹੋਗੀ, ਠੀਕ ਹੈ। ਉਸ ਤੋਂ ਬਾਅਦ ਕੋਈ ਆਡੀਓ ਟੇਪ ਰਿਕਾਰਡ ਹੋ ਗਿਆ, ਆਡੀਓ ਇਸ ਤਰ੍ਹਾਂ ਦੇ, ਤੇ ਇਹ ਸਾਰੇ ਇੰਸਟਰਕਸ਼ਨ ਏਡਸ ਨੇ। ਇਸ ਚੀਜ਼ ਦਾ ਧਿਆਨ ਰੱਖੋ, ਜੇਕਰ ਆਪਾਂ ਕਿਸੇ ਕੈਂਟੀਨ ਨੂੰ ਸਟੂਡੈਂਟਾਂ ਨੂੰ ਪੜ੍ਹਾ ਰਹੇ ਹਾਂ, ਵੀਡੀਓ ਦੇ ਥਰੂ ਵਧੀਆ ਪੜ੍ਹਾਇਆ ਜਾਵੇਗਾ। ਜੇ ਆਪਾਂ ਗੱਲ ਕਰੀਏ ਵੋਲਕੈਨੋ ਦੀ, ਜੇਕਰ ਉਹਨਾਂ ਨੂੰ ਵੋਲਕੈਨੋ ਆਪਾਂ ਇਦਾਂ ਬਣਾ ਕੇ ਵੀਡੀਓ ਦੇ ਵਿੱਚ ਦੱਸਾਂਗੇ, ਇਸ ਤਰ੍ਹਾਂ ਐ ਆ ਜਾਵੇਗਾ ਵੋਲਕੈਨੋ, ਇਸ ਤਰ੍ਹਾਂ ਜਵਾਲਾਮੁਖੀ, ਤਾਂ ਉਹ ਸ਼ਾਇਦ ਜਲਦੀ ਸਮਝ ਜਾਣਗੇ। ਜੇਕਰ ਆਪਾਂ ਧਰਤੀ ਦਾ ਮਾਡਲ ਦਿਖਾ ਕੇ ਉਹਨਾਂ ਨੂੰ ਪੜ੍ਹਾਵਾਂਗੇ, ਉਹ ਧਰਤੀ ਦੇ ਬਾਰੇ ਚੰਗੀ ਤਰ੍ਹਾਂ ਮਤਲਬ ਸਮਝ ਜਾਣਗੇ। ਇਹ ਚੀਜ਼ਾਂ ਨੂੰ ਇੰਸਟਰਕਸ਼ਨਾਂ ਏਡਸ, ਇਸ ਧਿਆਨ ਰੱਖਣਾ ਕਿ ਇਸ ਤਰ੍ਹਾਂ ਦਾ ਇੰਸਟਰਕਸ਼ਨ ਏਡਸ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ। ਇਸ ਤੋਂ ਬਾਅਦ ਫਿਰ ਤੋਂ ਕਿਸ ਤਰ੍ਹਾਂ ਦਾ ਸਵਾਲ ਹੈ ਕਿ ਟੀਚਰ ਨੂੰ ਇੱਕ ਅਟੈਂਸ਼ਨ ਨਹੀਂ ਡਰਾ ਕਰ ਪਾਉਂਦਾ ਆਪਣੇ ਸਟੂਡੈਂਟਾਂ ਤੱਕ, ਜਾਂ ਇੱਕ ਅਧਿਆਪਕ ਜਿਹੜਾ ਆਪਣੇ ਵਿਦਿਆਰਥੀਆਂ ਦਾ ਧਿਆਨ ਖਿੱਚਣ ਦੇ ਯੋਗ ਨਹੀਂ ਹੈ, ਮਤਲਬ ਨਹੀਂ ਖਿੱਚ ਸਕਦਾ, ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਮਤਲਬ ਟੀਚ ਕਰ ਰਿਹਾ ਹੈ, ਤਾਂ ਉਹ ਬੱਚੇ ਉਹਦੇ ਵੱਲ ਧਿਆਨ ਨਹੀਂ ਦੇ ਪਾਉਂਦੇ। ਤਾਂ ਉਹਨਾਂ ਨੂੰ ਕਿਵੇਂ ਕੀ ਕਰੇ ਉਹ ਕਿ ਬੱਚੇ ਸਾਰੇ ਉਹਦੇ ਕੰਨੀ ਧਿਆਨ ਦੇਣ, ਸੁਣਨ ਚੰਗੀ ਤਰ੍ਹਾਂ। ਕੋਈ ਆਪਾਂ ਵੀ ਸਕੂਲ ਦੇ ਵਿੱਚ ਪੜ੍ਹੇ ਆ, ਤਾਂ ਬਹੁਤ ਸਾਰੇ ਟੀਚਰ ਇੱਦਾਂ ਦੇ ਆਪਾਂ ਨੂੰ ਸੁਣਨਾ ਚੰਗਾ ਨਹੀਂ ਲੱਗਦਾ। ਜੇਕਰ ਆਪਣੀਆਂ ਸਕਿੱਲਸ ਚੇਂਜ ਕਰ ਲੈਣ, ਆਪਣਾ ਬੋਲਣ ਦਾ ਤਰੀਕਾ, ਆਪਦੇ ਇੰਸਟਰਕਸ਼ਨ ਏਡਸ ਨੂੰ ਯੂਜ਼ ਕਰਨ, ਆਪਾਂ ਨੂੰ ਵੀਡੀਓ ਦਿਖਾਉਣ, ਸ਼ਾਇਦ ਆਪਾਂ ਉਹਨਾਂ ਨੂੰ ਕਦੀ ਜ਼ਿਆਦਾ ਅਟਰੈਕਟ ਹੋਈਏ। ਇਹਦੇ ਵਿੱਚ ਆਪਸ਼ਨ ਨੇ ਆਪਣੀ ਸਿੱਖਿਆ ਵਿਧੀ ਦਾ ਮੁਲਾਂਕਣ ਕਰੇ ਤੇ ਉਹਨਾਂ ਨੂੰ ਸੁਧਾਰੇ, ਕਿ ਐਵੈਲੂਏਟ ਹਿਜ਼ ਟੀਚਿੰਗ ਮੈਥਡ ਐਂਡ ਇੰਪਰੂਵ ਇਟ, ਠੀਕ ਹੈ ਜੀ। ਰਿਜ਼ਾਈਨ ਫਰੋਮ ਦਾ ਪੋਸਟ, ਅਸਤੀਫਾ ਦੇ ਦੇਵੇ ਆਪਣੀ ਪੋਸਟ ਤੋਂ, ਇਹ ਕਦੇ ਹੋ ਨਹੀਂ ਸਕਦਾ, ਕਿਉਂਕਿ ਉਹ ਨਹੀਂ ਪੜ੍ਹਾ ਰਿਹਾ, ਮਤਲਬ ਪੋਸਟ ਮਸਾ ਤਾਂ ਉਹ ਆਪਣੀ ਭਰਤੀ ਕੀਤੀ ਉਹਨੇ, ਇੰਨੀ ਮਿਹਨਤ ਦੇ ਨਾਲ ਆਪਣੀ ਪੋਸਟ ਇੱਥੋਂ ਤੱਕ ਪਹੁੰਚਿਆ, ਟੀਚਰ ਬਣਿਆ, ਉਹ ਸਾਰਾ ਕੁਝ ਹੀ ਛੱਡ ਦੇ, ਇਹ ਗਲਤ ਆ। ਫਾਈਂਡ ਫਾਲਟ ਇਨ ਹਿਜ਼ ਪਿਊਪਲਸ, ਮਤਲਬ ਆਪਣੇ ਵਿਦਿਆਰਥੀ ਦੇ ਵਿੱਚ ਕਮੀਆਂ ਲੱਭੇ, ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। ਕਿਉਂ ਲੱਭੇ ਜੀ, ਕਮੀ ਤਾਂ ਉਹਦੇ ਆਪਣੇ ਆਪ 'ਚ, ਉਹ ਕੀ ਕਰੇ ਇੱਦਾਂ ਦਾ। ਮਤਲਬ ਤਾਨਾਸ਼ਾਹੀ ਕਰਨੀ ਸਟਾਰਟ ਕਰ ਦੇਵੇ, ਮਤਲਬ ਸ਼ੁਰੂ ਕਰੇ, ਤਾਂ ਤਾਨਾਸ਼ਾਹੀ ਦਾ ਕੋਈ ਮਤਲਬ ਨਹੀਂ ਹੈ, ਇਹ ਵੀ ਗਲਤ ਹੈ। ਤੇ ਇਹਦੇ ਵਿੱਚ ਜਿਹੜਾ ਸਹੀ ਆ, ਇਵੈਲੂਏਟ ਕਰੇ ਆਪਣੇ ਆਪ ਨੂੰ, ਟੀਚਿੰਗ ਮੈਥਡ ਨੂੰ, ਮੈਂ ਕਿਵੇਂ ਪੜ੍ਹਾਵਾਂ, ਜਦੋਂ ਇੰਪਰੂਵ ਕੀ ਕਰਾਂ, ਇਵੈਲੂਏਟ ਦੇ ਵਿੱਚ ਕੀ ਕਮੀਆਂ ਰਹਿੰਦੀਆਂ ਨੇ, ਮੈਂ ਕਿਉਂ ਨਹੀਂ ਪੜ੍ਹਾ ਪਾਉਂਦਾ ਬੱਚਿਆਂ ਨੂੰ, ਤੇ ਉਹਦੇ ਨੂੰ ਸੁਧਾਰਨ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ। ਇਹ ਚੀਜ਼ਾਂ ਦਾ ਮਤਲਬ ਧਿਆਨ ਦੇਵੇ, ਉਹਦੀ ਟੀਚਿੰਗ ਸਕਿੱਲ ਵਧੀਆ ਹੋ ਸਕਦੀ ਹੈ। ਇਸ ਤੋਂ ਬਾਅਦ ਡਿਸਟੈਂਸ ਐਜੂਕੇਸ਼ਨ ਮੀਨ, ਮਤਲਬ ਡਿਸਟੈਂਸ ਐਜੂਕੇਸ਼ਨ ਦਾ ਦੂਰ ਦੀ ਸਿੱਖਿਆ ਦਾ ਕੀ ਅਰਥ ਹੈ। ਦੇਖੋ ਪੰਜਾਬ ਯੂਨੀਵਰਸਿਟੀ ਅਲੱਗ ਤੋਂ ਚਲਾ ਰਹੀ ਹੈ ਡਿਸਟੈਂਸ ਐਜੂਕੇਸ਼ਨ, ਉਹਦਾ ਮਤਲਬ ਕੀ ਆ। ਇਹਦੇ ਵਿੱਚ ਲਿਖਿਆ ਹੈ ਐਜੂਕੇਸ਼ਨ ਪ੍ਰੋਵਾਈਡ ਐਟ ਡਿਸਟੈਂਸ, ਦੂਰ ਦੀ ਸਿੱਖਿਆ ਪ੍ਰਦਾਨ ਕਰਨੀ, ਇਹ ਗਲਤ ਹੈ। ਇਹਦਾ ਮਤਲਬ ਇਹ ਥੋੜੀ ਆ ਮਤਲਬ ਕਾਲਜਾਂ ਦੇ ਵਿੱਚ ਹੋ ਸਕਦਾ। ਉਸ ਤੋਂ ਬਾਅਦ ਬੀ ਆ ਐਜੂਕੇਸ਼ਨ ਪ੍ਰੋਵਾਈਡ ਫਾਰ ਦੋਜ਼ ਹੂ ਕੈਨ ਨਾਟ ਗੋ ਟੂ ਸਕੂਲ, ਉਹਨਾਂ ਬੱਚਿਆਂ ਲਈ ਜਿਹੜੇ ਸਕੂਲ ਨਹੀਂ ਜਾ ਪਾਉਂਦੇ, ਠੀਕ ਆ, ਮੰਨ ਲੈਂਦੇ ਆ। ਐਜੂਕੇਸ਼ਨ ਐਟ ਦਾ ਡੋਰ ਸਟੈਪ ਆਫ ਦਾ ਲਰਨਰਸ, ਵਿਦਿਆਰਥੀਆਂ ਦੇ ਦਰਵਾਜ਼ੇ ਦੇ ਪੜਾਅ ਤੇ ਸਿੱਖਿਆ,
ये किमें हो सकता जी? एजुकेशन का मतलब ही नहीं है डोर स्टैप का मतलब है ना, एजुकेशन फॉर सर्विंग पीपल्स ਤੇ ਇਹਦੇ ਵਿੱਚ ਹੈ ਲੋਕਾਂ ਦੀ ਸੇਵਾ, ਇਹ ਤਾਂ ਉਦੇਸ਼ ਹੈ ਜੀ ਐਜੂਕੇਸ਼ਨ ਦਾ। ਠੀਕ ਹੈ, ਇਹਨਾਂ ਨੂੰ ਤਾਂ ਕੱਟੋ, ਇਹ ਵੀ ਰਹਿਣ ਦਿਓ। ਇਹਦੇ ਵਿੱਚ ਜਿਹੜਾ ਸਹੀ ਆ ਉਹ ਬੀ ਆਨਸਰ ਹੈ, ਕਿਉਂਕਿ ਐਜੂਕੇਸ਼ਨ ਉਹਨਾਂ ਲਈ ਪ੍ਰੋਵਾਈਡ ਕੀਤੀ ਜਾਂਦੀ ਹੈ ਡਿਸਟੈਂਸ, ਮਤਲਬ ਘਰੇ ਬੈਠ ਕੇ ਆਪਣੀ ਕਰ ਸਕਦੇ ਜਿਹੜੇ ਸਕੂਲ ਜਾਂ ਕਾਲਜ ਨਹੀਂ ਜਾ ਪਾਉਂਦੇ। ਠੀਕ ਹੈ ਜੀ, ਐਜੂਕੇਸ਼ਨ 34 ਨੰਬਰ ਤੇ ਜਿਹੜਾ ਪ੍ਰਸ਼ਨ ਆਇਆ ਸੀ, ਕੁਐਸਚਨ ਦੀ ਗੱਲ ਕਰੀਏ, ਸਕੂਲ ਲੈਵਲ ETV ਪ੍ਰੋਗਰਾਮਸ ਆਰ ਪ੍ਰੋਡਿਊਸਡ ਬਾय ਕਿਸ ਦੇ ਥਰੂ ਹੋ ਰਿਹਾ? ਦੇਖੋ ਸਾਰਿਆਂ ਦੀ ਫੁੱਲ ਫਾਰਮ ਚੇਂਜ ਕੀਤੀਆਂ ਨੇ, ਜਿਹਦੀ ਦੀ ਸਹੀ ਫੁੱਲ ਫਾਰਮ ਆ ਉਹ ਇਹ ਹੈ CIET। ਤੇ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਹੈ, ਕਮੈਂਟ ਕਰਨਾ ਹੈ ਇਹਦਾ ਫੁੱਲ ਫਾਰਮ। ਠੀਕ ਹੈ ਜੀ, ਫੁੱਲ ਫਾਰਮ ਨੂੰ ਤੁਸੀਂ ਕਮੈਂਟ ਦੇ ਵਿੱਚ ਲਿਖਣਾ ਹੈ, ਜੋ ਵੀ ਹੋਇਆ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਹੈ, ਮੈਂ ਚੈੱਕ ਕਰਾਂਗਾ। ਇਸ ਤੋਂ ਬਾਅਦ 35 ਨੰਬਰ ਤੇ ਜਿਹੜਾ ਪ੍ਰਸ਼ਨ ਆਇਆ ਸੀ ਉਸ ਨੂੰ ਦੇਖ ਲੈਂਦੇ ਹਾਂ, ਵਿਚ ਆਫ ਦਾ ਫੋਲੋਇੰਗ ਜਿਹੜਾ ਕਿਹਾ ਦੂਰਦਰਸ਼ਨ ਐਜੂਕੇਸ਼ਨ ਟੈਲੀਵਿਜ਼ਨ ਚੈਨਲ। ਤਾਂ ਦੂਰਦਰਸ਼ਨ ਦੀ ਸਿੱਖਿਆ ਟੈਲੀਵਿਜ਼ਨ ਚੈਨਲ ਕਿਹੜੇ ਸਨ? ਮਤਲਬ ਦੂਰਦਰਸ਼ਨ ਦੇ ਇਦਾਂ ਦੇ ਕਿਹੜੇ ਚੈਨਲ ਆ ਜਿਨ੍ਹਾਂ ਤੋਂ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ ਬੱਚਿਆਂ ਨੂੰ? ਤੇ ਇਹਦੇ ਵਿੱਚ ਹੈ ਗੁਰੂਕੁਲ, ਗਿਆਨ ਭਾਰਤੀ, ਗਿਆਨ ਦਰਸ਼ਨ, ਵਿਦਿਆ। ਤਾਂ ਵਿਦਿਆ ਨਹੀਂ ਹੈ, ਚੈਨਲ ਨਹੀਂ ਦੇਖਿਆ, ਗਿਆਨ ਭਾਰਤੀ ਵੀ ਨਹੀਂ ਹੈ। ਹੁਣ ਉਹ ਤਿੰਨਾਂ ਨੂੰ ਆਪਾਂ ਕਨਫਿਊਜ਼ ਹਾਂ ਵੀ ਤਿੰਨਾਂ ਦੇ ਵਿੱਚ ਹੋ ਸਕਦਾ। ਜੇਕਰ ਮੈਂ ਤੁਹਾਨੂੰ ਸੌਖਾ ਸਮਝਾਵਾਂ, ਦਰਸ਼ਨ, ਦਰਸ਼ਨ ਚੈਨਲ ਲੈਤਾ ਗਿਆ ਤੇ ਇੱਥੋਂ ਵੀ ਦਰਸ਼ਨ ਹੀ ਹੋਵੇਗਾ। ਉਸ ਤੋਂ ਬਾਅਦ ਦਰਸ਼ਨ ਤੋਂ ਅੱਗੇ ਇੱਥੇ ਦੂਰ ਲਾਤਾ, ਉਹਦੀ ਥਾਂ ਤੇ ਗਿਆਨ ਦੀ ਗੱਲ ਕਰ ਰਿਹਾ ਤੇ ਗਿਆਨ ਲਾਤਾ। ਇਹਦਾ ਮਤਲਬ ਹੈ C ਦਾ ਸਹੀ ਆਨਸਰ ਹੈ, C ਦਾ ਸਹੀ ਆਨਸਰ ਹੈ ਗਿਆਨ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। 36 ਨੰਬਰ ਪ੍ਰਸ਼ਨ ਜਿਹੜਾ ਆਇਆ ਸੀ ਉਹਦੇ ਵਿੱਚ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਆਡੀਓ ਵਿਜ਼ੂਅਲ ਏਡ, ਸੌਰੀ ਨੋਟ ਨਹੀਂ ਹੈ, ਇਜ਼ ਐਨ, ਮਤਲਬ ਕਿਹੜਾ ਆਡੀਓ ਵਿਜ਼ੂਅਲ ਏਡ ਜਾਂ ਸਾਧਨ ਹੈ। ਆਡੀਓ ਵਿਜ਼ੂਅਲ ਏਡਸ ਦੱਸਣਾ ਆਪਾਂ ਵੀ ਉਹਦੇ ਵਿੱਚ ਆਵਾਜ਼ ਵੀ ਆਵੇ ਤੇ ਉਹਨੂੰ ਦੇਖਿਆ ਵੀ ਜਾਵੇ। ਰੇਡੀਓ ਜਿਹੜਾ ਇਹਦੇ ਵਿੱਚ ਰੇਡੀਓ ਦੀ ਇਕੱਲੀ ਆਵਾਜ਼ ਆਉਂਦੀ ਹੈ, ਇਸ ਕਰਕੇ ਇਹ ਵੀ ਨਹੀਂ ਹੋ ਸਕਦਾ। ਟੇਪ ਰਿਕਾਰਡ ਦੀ ਵੀ ਆਵਾਜ਼ ਆਉਂਦੀ ਆ, ਟੈਲੀਵਿਜ਼ਨ ਚਲੋ ਮੰਨਦੇ ਆ, ਦੋਨੇ ਚੀਜ਼ਾਂ ਆਉਂਦੀਆਂ ਨੇ। ਪ੍ਰੋਜੈਕਟਰ ਦੀ ਇਕੱਲੀ ਸਕਰੀਨ ਆਉਂਦੀ ਆ, ਆਵਾਜ਼ ਨਹੀਂ ਆਉਂਦੀ। ਇਹਦੇ ਵਿੱਚ ਜਿਹੜਾ ਸਹੀ ਆਨਸਰ ਆ ਉਹ C ਹੈ, ਟੈਲੀਵਿਜ਼ਨ। ਇਹਦੇ ਵਿੱਚ ਟੈਲੀਵਿਜ਼ਨ ਜਿਹੜਾ ਸਹੀ ਆਪਸ਼ਨ ਹੈ ਆਪਣੇ ਕੋਲ। ਉਸ ਤੋਂ ਬਾਅਦ ਇਹ ਵੀ ਬਹੁਤ ਜ਼ਰੂਰੀ ਹੈ, ਜਿਹੜਾ ਇੰਡੀਅਨ ਐਜੂਕੇਸ਼ਨ ਕਮਿਸ਼ਨ ਆ ਜਿਹੜਾ 1966 ਦੇ ਵਿੱਚ ਆਇਆ ਸੀ, ਉਸ ਨੂੰ ਵੀ ਤੁਸੀਂ ਧਿਆਨ ਦੇਣਾ ਪੜ੍ਹਨਾ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਲਿਖੀਆਂ ਨੇ ਉਹ ਧਿਆਨ ਦੇ ਵਿੱਚ ਪੜ੍ਹਿਓ ਥੋੜਾ ਜਿਹਾ, ਤੁਹਾਨੂੰ ਇਦਾਂ ਦੇ ਪ੍ਰਸ਼ਨ ਦੁਖੀ ਨਹੀਂ ਕਰਨਗੇ, ਫਿਰ ਆਰਾਮ ਦੇ ਨਾਲ ਕਲੀਅਰ ਹੋ ਜਾਣਗੇ। ਇਸ ਦੇ ਨਾਲ ਨਾਲ ਆਪਾਂ ਜਿੰਨੇ ਵੀ ਪਾਰਟ ਹੋਣਗੇ, 5 ਪਾਰਟ ਨੇ, 2 ਲੈਂਗੁਏਜ ਦੇ ਆਧਾਰ ਤੇ ਰਹਿਣਗੇ, ਇੱਕ ਜਨਰਲ ਅਵੇਅਰਨੈਸ ਦਾ ਆਵੇਗਾ, ਇੱਕ ਇੰਗਲਿਸ਼ ਪਾਰਟ ਹੋਵੇਗਾ। ਇੰਗਲਿਸ਼ ਵੀ ਲੈਂਗੁਏਜ ਹੈ, ਮਤਲਬ 2 ਤਾਂ ਲੈਂਗੁਏਜ ਹੀ ਹੋਗੀ, ਉਹਨਾਂ ਚੋਂ ਇੱਕ ਕਰਨੀ ਹੈ। ਇੱਕ ਇੰਗਲਿਸ਼ ਪਾਰਟ ਹੋ ਗਿਆ, ਇੱਕ ਆਪਣੇ ਕੋਲ ਰੀਜ਼ਨਿੰਗ ਪਾਰਟ ਹੋ ਗਿਆ। ਇਹ ਸਾਰੇ ਆਪਾਂ ਕਰਾਂਗੇ। ਇਹਦੇ ਵਿੱਚ ਦੇਖਿਓ ਆਪਸ਼ਨ ਆਪਣੇ ਕੋਲ ਹੀ ਨੇ, ਵੈਲਿਊ ਓਰੀਟੇਸ਼ਨ, ਮੂਲ ਅਨੁਸਥਾਪਨ, ਇਹ ਆਪਸ਼ਨ ਹੈ ਜੀ। ਰਿਲੀਜੀਅਸ, ਧਾਰਮਿਕ ਅਨੁਸਥਾਪਨ, ਲੋਕਤਾਂਤਰਿਕ ਜਿਹੜਾ ਡੈਮੋਕ੍ਰੇਟਿਕ ਵੈਲਿਊ, ਐਂਡ ਨਨ ਆਫ ਦ ਦਿਸ, ਉਪਰੋਕਤ ਵਿੱਚੋਂ ਕੋਈ ਵੀ ਨਹੀਂ ਹੈ। ਇਹ ਕੱਟ ਦਿਓ ਕਿਉਂਕਿ ਇਹਦਾ ਆਨਸਰ ਹੈ, ਕਿਉਂਕਿ ਸਟ੍ਰੈਸ ਕਰਦਾ ਹੈ। ਇਹਦੇ ਵਿੱਚ ਜਿਹੜਾ ਸਹੀ ਆਨਸਰ ਆ ਉਹ ਹੈ ਵੈਲਿਊ ਓਰੀਟੇਸ਼ਨ। ਇਹਦੇ ਵਿੱਚ ਕੀ ਸੀ ਕਮਿਸ਼ਨ ਦੇ ਵਿੱਚ ਕਿ ਵੈਲਿਊ ਨੂੰ ਜ਼ਿਆਦਾ ਗੱਲ ਕੀਤੀ ਗਈ ਹੈ। ਇਹਦੇ ਵਿੱਚ ਵੈਲਿਊ ਦੀ ਮੋਰਲ ਵੈਲਿਊ ਹੋ ਗਈਆਂ, ਜੋ ਵੀ ਐਜੂਕੇਸ਼ਨ ਨੂੰ ਲੈ ਕੇ ਆ, ਠੀਕ ਆ, ਉਹ ਵੈਲਿਊ ਦੇ ਵੀ ਬੱਚਿਆਂ ਨੂੰ ਐਜੂਕੇਸ਼ਨ ਕਿਉਂ ਦਿੱਤੀ ਜਾਂਦੀ, ਕਿਉਂਕਿ ਆਪਣੀਆਂ ਮੋਰਲ ਵੈਲਿਊ, ਆਪਣੀ ਡਿਊਟੀਜ਼ ਬਾਰੇ ਜਾਣ ਸਕਣ, ਓਰੀਟੇਸ਼ਨ ਮੂਲ ਸਿਧਾਂਤਾਂ ਬਾਰੇ ਤਾਂ ਜਾਣ ਸਕਣ, ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਰਹੀ ਹੈ। ਤਾਂ ਇਸ ਤੋਂ ਬਾਅਦ 39, ਐਜੂਕੇਸ਼ਨ ਐਜ਼ ਪਰ ਦ ਕਨਸਟੀਟਿਊਸ਼ਨ ਆਫ ਇੰਡੀਆ ਫਾਈਂਡ ਦ ਐਂਟਰੀ। ਦੇਖੋ ਇਹ ਥੋੜਾ ਜਿਹਾ ਕਨਸਟੀਟਿਊਸ਼ਨ ਦੇ ਸੰਵਿਧਾਨ ਦੇ ਨਾਲ, ਭਾਰਤ ਦੇ ਸੰਵਿਧਾਨ ਦੇ ਰੂਪ ਵਿੱਚ ਸਿੱਖਿਆ ਦੇ ਵਿੱਚ ਪ੍ਰਵੇਸ਼ ਦਾ ਅਧਿਕਾਰ ਹੁੰਦਾ ਹੈ। ਇੱਕ ਪ੍ਰਵੇਸ਼ ਦਾ ਇਹਦੇ ਵਿੱਚ ਆਪਸ਼ਨ ਨੇ A ਕੋ ਕਰੰਟ ਲਿਸਟ, ਸਟੇਟ ਲਿਸਟ, ਸੈਂਟਰਲ ਲਿਸਟ, ਨਨ ਆਫ ਥੀਸ। ਤਾਂ ਇਹਨੂੰ ਕੱਟਿਓ, ਸੈਂਟਰਲ ਲਿਸਟ ਵੀ ਨਹੀਂ ਹੋ ਸਕਦੀ, ਸਟੇਟ ਵੀ ਨਹੀਂ, ਕਿਉਂਕਿ ਇਹ ਲਿਸਟਾਂ ਕਿੱਦਾਂ ਐਜੂਕੇਸ਼ਨ ਨੂੰ, ਕਿਉਂਕਿ ਐਜੂਕੇਸ਼ਨ ਅਲੱਗ-ਅਲੱਗ ਥਾਂ ਤੇ ਆ। ਤਾਂ ਇਹਦੇ ਵਿੱਚ ਕੋ ਕਰੰਟ ਸਮਵਰਤੀ ਸੂਚੀ ਵਿੱਚ ਆਉਂਦਾ ਜੀ। ਠੀਕ ਹੈ, ਜਿਵੇਂ 21 ਆਰਟੀਕਲ ਉਹ ਐਜੂਕੇਸ਼ਨ ਨੂੰ, 21A ਵੀ ਕੰਪਲਸਰੀ ਐਜੂਕੇਸ਼ਨ ਨੂੰ, ਵੀ ਸਾਰਿਆਂ ਨੂੰ ਕੰਪਲਸਰੀ ਐਜੂਕੇਸ਼ਨ ਮਿਲਣੀ ਚਾਹੀਦੀ ਆ। ਇਹ ਕਿੰਨਾ ਨੇ ਸਭ ਤੋਂ ਬਾਅਦ ਪਹਿਲਾਂ ਕਿਹਾ ਸੀ ਕੰਪਲਸਰੀ ਐਜੂਕੇਸ਼ਨ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਉਹ ਅੱਗੇ ਆਪਣਾ ਪ੍ਰਸ਼ਨ ਆਵੇਗਾ, ਡਿਸਕਸ ਕਰਾਂਗੇ, ਉਹ ਆ ਚੁੱਕਿਆ ਹੈ। ਦੇਖੋ 40 ਨੰਬਰ ਤੇ ਹੈ ਜੀ, ਉਹ ਇੰਟਰੋਡਿਊਸ ਦਾ ਫਸਟ ਟਾਈਮ ਫ੍ਰੀ ਐਂਡ ਕੰਪਲਸਰੀ ਪ੍ਰਾਇਮਰੀ ਐਜੂਕੇਸ਼ਨ। ਮੈਂ ਪਹਿਲਾਂ ਹੀ ਦੱਸਿਆ 21 ਆਰਟੀਕਲ ਐਂਡ 21A
ਦੋਨਾਂ ਦੇ ਵਿੱਚ ਫ੍ਰੀ ਐਜੂਕੇਸ਼ਨ ਦੀ ਕਿਤੇ ਨਾ ਕਿਤੇ ਗੱਲ ਕੀਤੀ ਗਈ ਹੈ। ਕਿਸ ਨੇ ਸਭ ਤੋਂ ਪਹਿਲਾਂ ਕਿਹਾ ਸੀ ਵੀ ਮੁਫਤ ਐਜੂਕੇਸ਼ਨ ਪ੍ਰਾਇਮਰੀ ਲੈਵਲ ਤੇ ਦਿੱਤੀ ਜਾਣੀ ਚਾਹੀਦੀ ਹੈ? ਤੁਸੀਂ ਕਿਤੇ ਨਹੀਂ ਜਾਣਾ। ਨੈਸ਼ਨਲ ਐਜੂਕੇਸ਼ਨ ਪਾਲਿਸੀ ਕਿਸ ਤਰ੍ਹਾਂ ਕਹਿ ਸਕਦੀ ਕਿਸੇ ਬੰਦੇ ਦੇ ਥਰੂ ਹੀ ਬਣੀ ਆ। ਇਸ ਕਰਕੇ 1968 ਦੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਆ, ਉਹਨੂੰ ਧਿਆਨ ਦੇ ਨਾਲ ਪੜ੍ਹ ਲਿਓ। ਉਹਦੇ ਵਿੱਚ ਕੀ ਹੈ? ਉਸ ਤੋਂ ਬਾਅਦ ਜਿਹੜੀ 2020 ਦੇ ਵਿੱਚ ਆਈ ਆ, ਕਦੋਂ ਲਾਗੂ ਹੋਈ ਸੀ, ਕਿੰਨੀ ਜੁਲਾਈ ਨੂੰ ਲਾਗੂ ਹੋਈ ਸੀ, ਤੇ ਉਹਦੇ ਵਿੱਚ ਕੀ ਕੀ ਸੀ, ਜਿਹੜੇ ਆਬਜੈਕਟਿਵ ਕੀ ਸੀ ਉਹਨਾਂ ਦੇ, ਤੇ ਕਦੋਂ ਤੋਂ ਮੰਨ ਲਓ ਕੀ ਕੋਰਸ ਨਵੇਂ ਇੰਟਰੋਡਿਊਸ ਕੀਤੇ ਸੀ ਇਹਦੇ ਵਿੱਚ, ਜਿਵੇਂ ਕਿ BA BEd ਕੋਰਸ ਨੇ ਉਹ ਇੰਟਰੋਡਿਊਸ ਕੀਤੇ ਗਏ ਨੇ ਥੋੜੀ ਜਿਹੇ ਦੇ ਵਿੱਚ। ਉਸ ਤੋਂ BSc BEd ਇਸ ਤਰ੍ਹਾਂ ਦੇ ਦੋ ਆਨਲਾਈਨ, ਤੁਸੀਂ ਆਨਲਾਈਨ ਜਾਂ ਆਫਲਾਈਨ ਦੋਨੇ ਮੋਡ ਦੇ ਥਰੂ ਤੁਸੀਂ ਆਪਣੀ, ਜੇਕਰ ਤੁਸੀਂ ਮਾਸਟਰ ਡਿਗਰੀ ਕਰਨੀ ਹੈ ਤਾਂ ਮਾਸਟਰ ਡਿਗਰੀ ਕਰ ਸਕਦੇ ਹੋ। ਇੱਕ ਟਾਈਮ 'ਚ ਜੇਕਰ ਤੁਸੀਂ ਮਾਸਟਰ ਡਿਗਰੀ ਕਰਨੀ ਆ, 2 ਮਾਸਟਰ ਕੋਰਸ ਵੀ ਕਰ ਸਕਦੇ ਹੋ। ਜੇਕਰ ਤੁਸੀਂ ਬੈਚਲਰ ਕੋਰਸ ਕਰਨਾ ਚਾਹੁੰਦੇ ਹੋ, ਇੱਕੋ ਟਾਈਮ ਤੇ 2 ਬੈਚਲਰ ਕੋਰਸ ਵੀ ਕਰ ਸਕਦੇ ਹੋ। ਇਹ ਨੈਸ਼ਨਲ ਪਾਲਿਸੀ ਕਿਸ ਦੇ ਥਰੂ ਆਈ ਹੈ, ਕਮੈਂਟ ਦੇ ਵਿੱਚ ਦੱਸ ਦਿਓ। ਪ੍ਰਾਇਮਰੀ ਐਜੂਕੇਸ਼ਨ ਕਮਿਸ਼ਨ ਦੇ ਵਿੱਚ ਵੀ ਨਹੀਂ ਕਿਹਾ ਗਿਆ ਜੀ, ਕਿਉਂਕਿ ਕਿਸੇ ਬੰਦੇ ਨਹੀਂ ਕਿਹਾ। ਉਹ ਪੁੱਛ ਰਹੇ ਆ MK ਗਾਂਧੀ, ਇਹਨੇ ਵੀ ਨਹੀਂ ਕਿਹਾ। ਇਹਦੇ ਵਿੱਚ ਜਿਹੜਾ ਆਨਸਰ ਹੈ ਏ ਦਾ ਸਹੀ ਆਨਸਰ ਹੈ ਗੋਪਾਲ ਕ੍ਰਿਸ਼ਨ ਗੋਖਲੇ। ਧਿਆਨ ਦੇ ਵਿੱਚ ਰੱਖਿਓ, ਯਾਦ ਰੱਖਿਓ ਇਸਨੂੰ। ਓਕੇ, ਇਹ ਥੋੜੀ ਜਿਹੀ ਯੂਨੀਵਰਸਿਟੀ ਤੇ ਆ, ਥੋੜੀ ਹਿਸਟਰੀ ਤੇ ਵੀ ਆ, ਕਿਉਂਕਿ ਕੁਐਸਚਨ ਸੀਗਾ ਉਹ 41 ਸੀਗਾ ਪੇਪਰ ਦੇ ਵਿੱਚੋਂ। ਉਹ ਰੀਡ ਕਰਦੇ ਆ, ਵਿਚ ਵਾਸ ਦਾ ਫਸਟ ਯੂਨੀਵਰਸਿਟੀ ਟੂ ਬੀ ਓਪਨ ਇਨ ਬ੍ਰਿਟਿਸ਼ ਟਾਈਮ। ਤਾਂ ਅੰਗਰੇਜ਼ਾਂ ਨੇ ਜਾਂ ਬ੍ਰਿਟਿਸ਼ ਦੇ ਸਮੇਂ ਅੰਗਰੇਜ਼ਾਂ ਨੇ ਪਹਿਲੀ ਯੂਨੀਵਰਸਿਟੀ ਕਿਹੜੀ ਖੋਲੀ? ਤੇ ਇਹਦੇ ਵਿੱਚ ਆਪਸ਼ਨ ਦੇ ਵਿੱਚ ਆਪਣੇ ਮੁੰਬਈ, ਜਿਹਨੂੰ ਪਹਿਲਾਂ ਬੰਬੇ ਕਹਿੰਦੇ ਸੀਗੇ, ਬੰਬਈ ਯੂਨੀਵਰਸਿਟੀ, ਅਲੀਗੜ੍ਹ ਯੂਨੀਵਰਸਿਟੀ, ਕੋਲਕਾਤਾ ਯੂਨੀਵਰਸਿਟੀ ਐਂਡ ਹੈਦਰਾਬਾਦ ਯੂਨੀਵਰਸਿਟੀ। ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਸਭ ਤੋਂ ਪਹਿਲਾਂ ਅੰਗਰੇਜ਼ ਜਿਹੜੇ ਆਏ ਸੀ ਉਹ ਕੋਲਕਾਤਾ ਦੇ ਆਸ-ਪਾਸ ਆਏ ਸੀ। ਇਸ ਤੋਂ ਪਹਿਲਾਂ ਫਰਾਂਸ ਵੀ ਆਏ ਸੀਗੇ, ਫਰਾਂਸੀਸੀ ਲੋਕ ਵੀ ਆਏ ਸੀਗੇ, ਡੱਚ ਲੋਕ ਵੀ ਆਏ ਸੀ ਡੈਨਮਾਰਕ ਤੋਂ, ਤੇ ਕੁਛ ਆਪਾਂ ਦੇਖਦੇ ਹਾਂ ਪੁਰਤਗਾਲੀ ਲੋਕ ਵੀ ਆਏ ਸੀਗੇ 1600 ਦੇ ਆਸ-ਪਾਸ। ਜਿਹੜੇ ਅੰਗਰੇਜ਼ ਸੀਗੇ ਉਹ ਸਭ ਤੋਂ ਪਹਿਲਾਂ ਕੋਲਕਾਤਾ, ਆਪਾਂ ਕਹਿ ਸਕਦੇ ਬੰਗਲਾਦੇਸ਼ ਦੇ ਵਿੱਚ ਆਏ ਸੀ, ਬੰਗਾਲ ਦੇ ਵਿੱਚ ਆਏ ਸੀ, ਕਿਉਂਕਿ ਬੰਗਾਲ ਦੀ ਬਹੁਤ ਵਧੀਆ ਜਿਹੜੀ ਉਪਜਾਊ ਮਿੱਟੀ ਸੀ ਤੇ ਨਦੀਆਂ ਸੀ, ਜਿੱਥੋਂ ਦੀ ਗੰਗਾ ਲੰਘਦੀ ਸੀਗੀ। ਇਸ ਕਰਕੇ ਉੱਥੋਂ ਦੀ ਉਪਜਾਊ ਮਿੱਟੀ, ਉੱਥੋਂ ਦੀ ਥੋੜੀ ਜਿਹੀ ਹਾਲਤ ਚੰਗੀ ਸੀਗੀ। ਇਸ ਕਰਕੇ ਉਹਨਾਂ ਨੇ ਚਾਹਿਆ ਕਿ ਅਸੀਂ ਸਭ ਤੋਂ ਪਹਿਲਾਂ ਬੰਗਾਲ ਦੇ ਵਿੱਚ ਫੈਕਟਰੀਆਂ ਲਗਾਈਏ। ਉਸਦੇ ਨਾਲ ਨਾਲ ਉਹਨਾਂ ਨੇ ਫਿਰ ਉੱਥੇ ਕੋਲਕਾਤਾ, ਉਹਨਾਂ ਦੀ ਅੱਜ ਦੀ ਕੈਪੀਟਲ ਹੈ, ਤਾਂ ਕੋਲਕਾਤਾ ਯੂਨੀਵਰਸਿਟੀ ਉਹਨਾਂ ਨੇ ਉੱਥੇ ਓਪਨ ਕੀਤੀ ਹੈ। ਤੇ ਇਹਦਾ ਸਹੀ ਆਨਸਰ ਹੈ C। ਉਸ ਤੋਂ ਬਾਅਦ 42 ਸੀਗਾ ਪੰਜਾਬ ਯੂਨੀਵਰਸਿਟੀ ਵਾਜ ਸ਼ਿਫਟ ਟੂ ਚੰਡੀਗੜ੍ਹ। ਦੇਖੋ ਲਾਹੌਰ ਪਹਿਲਾਂ ਇਹ ਯੂਨੀਵਰਸਿਟੀ ਸੀਗੀ ਲਾਹੌਰ ਦੇ ਵਿੱਚ, ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਤੋਂ ਇਹ ਫਿਰ ਭਾਰਤ ਦੇ ਵਿੱਚ ਆਈ, ਇੰਡੀਆ ਦੇ ਵਿੱਚ ਆਏ। ਕਦੋਂ ਆਈ ਇਹ ਦੱਸ ਦਿੰਦੇ ਆ। ਇਹਦੇ ਵਿੱਚ ਆਪਸ਼ਨ ਹੈ ਆਪਣੇ ਕੋਲ ਸ਼ਿਫਟ ਹੋਈ ਹੈ ਚੰਡੀਗੜ੍ਹ। ਸਭ ਤੋਂ ਪਹਿਲਾਂ ਇਹ ਸ਼ਿਮਲਾ, ਜਦੋਂ ਇੰਡੀਆ ਬਣਿਆ 1947 ਤੋਂ ਬਾਅਦ ਸ਼ਿਮਲਾ ਸ਼ਿਫਟ ਕੀਤੀ ਗਈ। ਪਹਿਲਾਂ ਸ਼ਿਮਲੇ ਨੂੰ ਰਾਜਧਾਨੀ ਬਣਾਉਣਾ ਸਮਝਿਆ, ਬਟ ਫਿਰ ਜਵਾਹਰ ਲਾਲ ਨਹਿਰੂ ਜੀ ਨੇ ਸੋਚਿਆ ਕਿ ਇੱਕ ਨਵੀਂ ਕੈਪੀਟਲ ਪੰਜਾਬ ਤੇ ਹਰਿਆਣਾ ਦੀ ਬਣਾ ਕੇ ਰੱਖੀਏ, ਵਧੀਆ ਸੋਹਣੀ ਸਿਟੀ, ਜਿਹਨੂੰ ਕਿ ਚੰਡੀਗੜ੍ਹ ਦਾ ਨਾਮ ਦੇਣਾ ਸੀ। ਤੇ ਉਸ ਦਾ ਜਿਹੜਾ ਡਿਜ਼ਾਈਨ ਕੀਤਾ ਲੀ ਕਾਰਬੂਜ਼, ਯਾਦ ਰੱਖਿਓ ਤੁਸੀਂ, ਲੀ ਕਾਰਬੂਜ਼ ਨੇ ਕੀਤਾ ਸੀਗਾ। ਤੇ ਕਦੋਂ ਕੀਤਾ ਸੀ? ਇਹਦੇ ਵਿੱਚ ਆਪਸ਼ਨ ਆ 1942 ਦੇ ਵਿੱਚ ਤਾਂ ਵੰਡ ਨਹੀਂ ਹੋਈ ਸੀ, 1950 ਮੰਨ ਸਕਦੇ ਆ, 1956 ਦੇ ਵਿੱਚ, 1962 ਦੇ ਵਿੱਚ। 62 ਤਾਂ ਬਹੁਤ ਲੰਮਾ ਚਲਾ ਗਿਆ। ਇਹ ਦੋ ਆਪਣੇ ਕੋਲ A, B ਔਰ C ਆਪਸ਼ਨ ਬਚੇ ਨੇ। ਤਾਂ ਮੈਂ ਦੱਸ ਦੇਵਾਂ 1947 ਤੋਂ ਬਾਅਦ 1950 ਤੱਕ ਤਾਂ ਸੰਵਿਧਾਨ ਹੀ ਬਣਿਆ, ਤੇ ਜੀ ਯੂਨੀਵਰਸਿਟੀ ਸ਼ਿਮਲੇ ਤੋਂ ਫਿਰ ਚੰਡੀਗੜ੍ਹ ਆਈ ਆ, ਉਹ 1956 ਦੇ ਵਿੱਚ ਆਈ ਹੈ। ਉਸ ਤੋਂ ਬਾਅਦ 44 ਜਿਹੜਾ ਤੁਹਾਨੂੰ ਕੁਐਸਚਨ ਮਿਲੇਗਾ ਪੇਪਰ ਦੇ ਵਿੱਚ, BEd ਐਂਟਰੈਂਸ ਟੈਸਟ 2019 ਦੇ ਵਿੱਚ, ਤਾਂ ਉਹਦੇ ਵਿੱਚ ਪੁੱਛਿਆ ਸੀ ਏ ਕ੍ਰੀਏਟਿਵ ਟੀਚਰ ਇਜ਼ ਨਾਟ ਵਨ ਹੂ ਕੈਨ। ਇੱਕ ਰਚਨਾਤਮਕ ਅਧਿਆਪਕ ਇਹ ਕਰ ਸਕਦਾ ਹੈ, ਕੀ ਕਰ ਸਕਦਾ ਹੈ? ਇਹਦੇ ਵਿੱਚ ਆਪਸ਼ਨ ਆਪਣੇ ਕੋਲੇ ਕਵਿਤਾ ਤੇ ਕਹਾਣੀ ਦਾ ਸੰਵਾਦ ਕਰ ਸਕਦਾ ਹੈ, ਚਿੱਤਰ ਦੀ ਰਚਨਾ ਕਰ ਸਕਦਾ ਹੈ, ਕਹਾਣੀ ਦਾ ਵਰਣਨ ਕਰ ਸਕਦਾ ਹੈ। ਉਸ ਤੋਂ ਬਾਅਦ ਡਿਵੈਲਪ ਥਿੰਕਿੰਗ ਐਬਿਲਿਟੀ ਆਫ ਦਾ ਸਟੂਡੈਂਟ, ਵਿਦਿਆਰਥੀ ਦੀ ਸੋਚਣ ਦੀ ਸਮਰੱਥਾ ਵਿਕਸਿਤ ਕਰ ਸਕਦਾ ਹੈ। ਜੇਕਰ ਆਪਾਂ ਗੱਲ ਕਰੀਏ ਇਹਦੇ 'ਚ ਵੀ ਕੋਈ ਕ੍ਰੀਏਟਿਵ ਵਾਲੀ ਗੱਲ ਨਹੀਂ ਹੈ। ਇੱਕ ਕਵਿਤਾ ਜਾਂ ਕਹਾਣੀ ਲਿਖਣਾ, ਡਰਾ ਪਿਕਚਰ, ਇਹਦਾ ਵੀ ਕੋਈ ਮਤਲਬ ਨਹੀਂ ਹੈ। ਨਰੇਟ ਸਟੋਰੀ, ਇਹਦਾ ਵੀ ਕੋਈ ਇੱਦਾਂ ਕਮਿਊਨੀਕੇਸ਼ਨ ਸਕਿੱਲ ਦੇ ਨਾਲ ਇਹ ਕ੍ਰੀਏਟਿਵ ਹੋ ਸਕਦੀ ਹੈ ਡਰਾ ਪਿਕਚਰ, ਬਟ ਇੰਨੀ ਨਹੀਂ ਹੈ। ਇੱਕ ਟੀਚਰ, ਜੇਕਰ ਟੀਚਰ ਦੀ ਗੱਲ ਕਰੀਏ, ਉਹ ਪਿਕਚਰ ਡਰਾ ਕਰਦਾ, ਮਤਲਬ ਉਹ ਪ੍ਰੋਪਰ ਟੀਚਰ ਹੈ? ਨਹੀਂ, ਮੈਂ ਨਹੀਂ ਮੰਨਾਂਗਾ। ਬਟ ਉਹ ਕੀ ਕਰ ਰਿਹਾ, ਆਪਾਂ ਟੀਚਰ ਦੇ ਸਟੂਡੈਂਟ ਨੂੰ ਰਿਲੇਸ਼ਨ ਨੂੰ ਪੜ੍ਹ ਰਹੇ ਹਾਂ ਇਹਦੇ ਵਿੱਚ। ਤਾਂ ਡਿਵੈਲਪ ਥਿੰਕਿੰਗ ਐਬਿਲਿਟੀ ਆਫ ਸਟੂਡੈਂਟ, ਟੀਚਰ ਕੀ ਕਰੇਗਾ? ਉਹਨਾਂ ਦੀ ਸੋਚਣੀ ਬਦਲ ਦੇਵੇਗਾ, ਉਹਨਾਂ ਦੀ ਡਿਵੈਲਪਮੈਂਟ ਕਰੇਗਾ। ਤਾਂ ਡਿਵੈਲਪਮੈਂਟ ਕਿੰਨੇ ਪ੍ਰਕਾਰ ਦੀ ਹੈ? 4 ਪ੍ਰਕਾਰ ਦੀ ਰਹੇਗੀ, ਸੋਸ਼ਲੀ, ਇਮੋਸ਼ਨਲੀ, ਮੈਂਟਲੀ
ਤੇ ਹੈਲਥੀ। ਸੋਸ਼ਲੀ ਮੈਂਟਲੀ ਇਮੋਸ਼ਨਲੀ ਹੈਲਥੀ ਮਤਲਬ ਕਿ ਹੈਲਥ ਤੋਂ। ਉਸ ਤੋਂ ਬਾਅਦ ਸੌਰੀ ਫਿਜ਼ੀਕਲੀ ਹੈਲਥ। ਉਸ ਤੋਂ ਬਾਅਦ ਨੈਕਸਟ ਜਿਹੜਾ 45 ਜਿਹੜਾ ਕੁਐਸਚਨ ਪੁੱਛਿਆ ਗਿਆ ਸੀਗਾ, ਕੁਐਸਚਨ ਪੁੱਛਿਆ ਗਿਆ ਸੀ ਪੇਪਰ ਦੇ ਵਿੱਚ, ਇਫ ਸਮ ਆਫ ਦਾ ਸਟੂਡੈਂਟ ਇਨ ਦਾ ਕਲਾਸ ਆਰ ਫਾਊਂਡ ਇਨ। ਦੇਖੋ ਜੀ, ਇਸ ਦਾ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਥੋੜਾ ਜਿਹਾ ਧਿਆਨ ਦੇ ਨਾਲ ਇਹ ਜਿਹੜਾ ਪ੍ਰਸ਼ਨ ਆ ਦੇਖਿਓ। ਜੇ ਕਲਾਸ ਦੇ ਵਿੱਚ ਕੋਈ ਵੀ ਨਸ਼ੇ ਪਦਾਰਥ ਵਾਲੀਆਂ ਚੀਜ਼ਾਂ ਵਿਦਿਆਰਥੀ ਕੋਲੇ ਪਾਈਆਂ ਗਈਆਂ ਤਾਂ ਅਧਿਆਪਕ ਕੀ ਕਰੇਗਾ, ਹਨਾ। ਤਾਂ ਉਹਦੇ ਵਿੱਚ ਅਧਿਆਪਕ ਦਾ ਕੀ ਰੋਲ ਰਹੇਗਾ, ਮਤਲਬ ਇਸਦਾ ਹੈ ਕਿ ਉਹ ਇਨਫੋਰਮ ਕਰੇਗਾ ਪੁਲਿਸ ਨੂੰ, ਹੈਡਮਾਸਟਰ ਨੂੰ ਇਨਫੋਰਮ ਕਰੇਗਾ, ਐਡਵਾਈਸ ਦੇਵੇਗਾ ਉਹਨੂੰ ਪ੍ਰੋਪਰਲੀ ਐਂਡ ਪਨਿਸ਼ ਕਰੇਗਾ। ਜੇਕਰ ਗੱਲ ਕਰੀਏ ਸੁਧਾਰਨ ਦੀ, ਜੇਕਰ ਪੁਲਿਸ ਨੂੰ ਦੇ ਦੇਣਗੇ ਮਤਲਬ ਸੁਧਰ ਤਾਂ ਨਹੀਂ ਸਕਦੇ ਨਾ, ਪੁਲਿਸ ਨੂੰ ਦੇਵਾਂਗੇ ਸ਼ਾਇਦ ਹੋਰ ਭਟਕ ਜਾਣ, ਹੈਡਮਾਸਟਰ ਨੂੰ ਆਪਾਂ ਕੰਪਲੇਂਟ ਕਰਾਂਗੇ ਸ਼ਾਇਦ ਉਹਨਾਂ ਦੇ ਨਾਲ ਉਹ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਫੇਸ ਕਰਨਗੇ। ਉਸ ਤੋਂ ਬਾਅਦ ਪ੍ਰੋਪਰਲੀ ਜੇ ਗੱਲ ਕਰੀਏ, ਉਹਨਾਂ ਨੂੰ ਐਡਵਾਈਸ ਕੀਤਾ ਜਾਵੇ, ਐਡਵਾਈਸ ਦੈਮ ਪ੍ਰੋਪਰਲੀ। ਤਾਂ ਇਹਦਾ ਸਹੀ ਆਨਸਰ ਹੈ ਸੀ, ਉਹਨਾਂ ਨੂੰ ਸਹੀ ਢੰਗ ਨਾਲ ਸਲਾਹ ਦਿੱਤੀ ਜਾਵੇ ਕਿ ਉਹ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ, ਸ਼ਾਇਦ ਉਹਨਾਂ ਦੀ ਜ਼ਿੰਦਗੀ ਸੁਧਰ ਜਾਵੇ। ਤਾਂ ਟੀਚਰ ਤੇ ਅਧਿਆਪਕ ਦੇ ਰਿਲੇਸ਼ਨ ਨੂੰ ਜਾਂ ਉਹਨਾਂ ਦੇ ਕੀ ਕੀ ਕੰਮ ਰਹਿਣਗੇ ਅਧਿਆਪਕ ਦੇ ਤੇ ਵਿਦਿਆਰਥੀਆਂ ਨੂੰ ਸੁਧਾਰਨ ਦੇ ਲਈ, ਉਹਨਾਂ ਨੂੰ ਪੜ੍ਹਾਉਣ ਦੇ ਲਈ, ਉਹੀ ਚੀਜ਼ਾਂ ਇਹਦੇ ਵਿੱਚ ਇੱਕ ਅਲੱਗ-ਅਲੱਗ ਪ੍ਰਸ਼ਨ, ਅਲੱਗ-ਅਲੱਗ ਜਿਹੜੀਆਂ ਕੰਡੀਸ਼ਨਾਂ ਨੂੰ ਲੈ ਕੇ ਪੁੱਛੇ ਗਏ। ਇਸ ਤੋਂ 46 ਵੀ ਪੁੱਛਿਆ ਗਿਆ ਸੀਗਾ, ਵਿਚ ਮੈਥਡ ਜਿਹੜਾ ਕਿ ਸੋਲਵ ਕਰਨਾ ਹੈ ਸਕੂਲ ਦੇ ਸਕੂਲ ਪ੍ਰੋਬਲਮ ਫੇਸ ਬਾਏ ਦਾ ਟੀਚਰ। ਤਾਂ ਕਿਸ ਦੇ ਥਰੂ ਕਰੇਗਾ? ਇੱਕ ਅਧਿਆਪਕ ਦੇ ਸਾਹਮਣੇ ਪੂਰਨ ਰੂਪ ਤੋਂ ਸਕੂਲ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹੜਾ ਤਰੀਕਾ ਵਰਤਿਆ ਜਾਵੇਗਾ। ਇਹਦੇ ਵਿੱਚ ਹੈ ਇਹ ਐਕਸ਼ਨ ਰਿਸਰਚ, ਸਰਵੇ ਮੈਥਡ, ਹਿਸਟਰੀਕਲ ਮੈਥਡ ਐਂਡ ਡਿਸਕ੍ਰਿਪਟਿਵ ਮੈਥਡ, ਜਿਨ੍ਹਾਂ ਨੂੰ ਕਿ ਵਿਆਖਿਆਤਮਕ ਵਿਧੀ ਰਹੀ ਕਿਹਾ ਜਾਂਦਾ ਹੈ। ਤੇ ਇਹਦੇ ਵਿੱਚ ਸਰਵੇ ਮੈਥਡ ਦਾ ਕੋਈ ਮਤਲਬ ਹੀ ਨਹੀਂ ਹੈ। ਜੇਕਰ ਸਰਵੇ ਕਰਾਂਗੇ ਤਾਂ ਪ੍ਰੋਬਲਮ ਸੋਲਵ ਨਹੀਂ ਕਰ ਸਕਦੇ, ਇੱਥੇ ਕਰਨਾ ਫੇਸ ਕਰ ਰਿਹਾ ਤਾਂ ਉਹਨੂੰ ਸੋਲਵ ਕਰਨਾ। ਸੋਲਵ ਕਿਵੇਂ ਕਰਦਾ ਹੈ? ਹਿਸਟਰੀਕਲ ਮੈਥਡ ਵੀ ਨਹੀਂ ਆਵੇਗਾ। ਹਾਂਜੀ, ਇਹ ਦੋਨਾਂ ਨੂੰ ਮੰਨ ਕੇ ਚੱਲੋ, ਏ ਤੇ ਬੀ ਨੂੰ, ਏ ਤੇ ਡੀ ਨੂੰ। ਇਸ ਦੀ ਗੱਲ ਕਰੀਏ ਵਿਆਖਿਆਕਾਰੀ ਵਿਧੀ, ਤਾਂ ਵਿਆਖਿਆਕਾਰੀ ਵਿਧੀ ਦੇ ਨਾਲ ਵੀ ਇੰਨਾ ਕੋਈ ਪ੍ਰਭਾਵ ਨਹੀਂ ਪੈਂਦਾ, ਇਸ ਕਰਕੇ ਇਸ ਨੂੰ ਵੀ ਜਿਹੜਾ ਕਾਰਜ ਸੋਧ, ਜਿਹੜਾ ਇਹ ਆਨਸਰ ਹੈ ਐਕਸ਼ਨ ਰਿਸਰਚ, ਰਿਸਰਚ ਕੀਤੀ ਜਾਵੇਗੀ ਕੀ ਐਕਸ਼ਨ ਕਰਨੇ ਚਾਹੀਦੇ ਨੇ। ਉਸ ਤੋਂ ਬਾਅਦ ਕਾਰਜ ਸੋਧ, ਇਸ ਨੂੰ ਹੀ ਕਿਹਾ ਜਾਂਦਾ ਕਿ ਕਿਵੇਂ ਆਪਾਂ ਕੰਮ ਨੂੰ ਸਹੀ ਕਰ ਸਕਦੇ ਹਾਂ। ਤਾਂ ਇਹਦਾ ਇਹ ਸਹੀ ਸੀ ਆਨਸਰ। 47 ਉਹਦੇ ਵਿੱਚ ਪੁੱਛਿਆ ਗਿਆ ਹੈ, ਟੂ ਆਈਡੈਂਟੀਫਾਈ ਨੋਨ ਸੋਸ਼ਲ ਚਿਲਡਰਨ ਇਨ ਯੂਅਰ ਕਲਾਸ, ਯੂ ਐਜ਼ ਏ ਟੀਚਰ ਵੁੱਡ ਅਪਲਾਈ, ਕੀ ਤੁਸੀਂ ਅਪਲਾਈ ਕਰੋਗੇ। ਇਸਦੇ ਵਿੱਚ ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਆਪਣੀ ਕਲਾਸ ਦੇ ਵਿੱਚ ਗੈਰ ਸਮਾਜਿਕ ਵਿਦਿਆਰਥੀ ਜਿਹੜੀ ਆਪਣੀ ਗਤੀਵਿਧੀਆਂ ਦਾ ਹਿੱਸਾ ਨਹੀਂ ਲੈਂਦੇ, ਤਾਂ ਉਹਨਾਂ ਦੇ ਲਈ ਤੁਸੀਂ ਇੱਕ ਅਧਿਆਪਕ ਦੇ ਰੂਪ ਵਿੱਚ ਕਿਸ ਦਾ ਉਪਯੋਗ ਕਰੋਗੇ। ਤਾਂ ਉਹ ਜਿਹੜੀ ਸੋਸ਼ਲ ਐਕਟੀਵਿਟੀਆਂ ਨੇ, ਗੈਰ ਸੋਸ਼ਲ, ਤਾਂ ਉਹ ਕਿਸ ਦੇ ਥਰੂ ਤੁਸੀਂ ਕਰ ਸਕਦੇ ਹੋ, ਕਿਵੇਂ ਉਪਯੋਗ ਕਰੋਗੇ, ਕਿਹੜੀ ਚੀਜ਼ ਦਾ ਉਪਯੋਗ ਕਰੋਗੇ। ਦੇਖੋ ਇਹਦੇ ਵਿੱਚ ਆਪਸ਼ਨ ਆਪਣੇ ਕੋਲੇ ਐਪਟੀਟਿਊਡ ਟੈਸਟ 47 ਦਾ, ਸੋਸ਼ਲ ਮੈਟ੍ਰਿਕ ਟੈਸਟ, ਉਸ ਤੋਂ ਬਾਅਦ PQ ਟੈਸਟ, ਅਚੀਵਮੈਂਟ ਟੈਸਟ। ਜੇਕਰ ਐਪਟੀਟਿਊਡ ਟੈਸਟ ਕਰੀਏ ਤਾਂ ਜਿਵੇਂ ਆਪਾਂ ਐਪਟੀਟਿਊਡ ਟੈਸਟ ਕਰ ਰਹੇ ਹਾਂ ਉਸ ਚੀਜ਼ਾਂ ਦਾ ਬਾਰੇ ਪਤਾ, ਇਹ ਤਾਂ ਗਲਤ ਆ ਬਿਲਕੁਲ। ਅਚੀਵਮੈਂਟ ਟੈਸਟ ਨਹੀਂ, ਇਹਦੇ ਵਿੱਚ ਕੋਈ ਮੈਟਰ ਨਹੀਂ ਕਰਦਾ, ਨੋਨ ਸੋਸ਼ਲ ਐਕਟੀਵਿਟੀਆਂ ਦੇ ਵਿੱਚ ਚਿਲਡਰਨ ਜਿਹੜਾ ਆਈਡੈਂਟੀਫਾਈ ਕਰਨਾ ਆਪਾਂ। ਉਸ ਤੋਂ ਬਾਅਦ PQ ਟੈਸਟ ਦਾ ਵੀ ਇੰਨਾ ਮਤਲਬ ਨਹੀਂ ਹੈ, ਬਸ ਇਹਦਾ ਸਹੀ ਆਨਸਰ ਹੈ ਬੀ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਸਮਾਜ ਗੁਣਾਤਮਕ ਪ੍ਰੀਖਿਆ ਹੈ, ਸਮਝਿਆ ਜਾਵੇ ਵਿਦਿਆਰਥੀ ਨੂੰ ਸੋਸ਼ਲ ਮੈਟ੍ਰਿਕ ਟੈਸਟ ਦੇ ਥਰੂ। ਇਸ ਤੋਂ ਬਾਅਦ 48 ਦਾ ਜਿਹੜਾ ਆਪਾਂ ਪ੍ਰਸ਼ਨ ਪੁੱਛਿਆ ਗਿਆ ਸੀ ਉਸ ਨੂੰ ਰੀਡ ਕਰਦੇ ਹਾਂ। ਵੈਨ ਹੈਵਿੰਗ ਏ ਹੀਟਰੋਜੀਨੀਅਸ, ਤੋਂ ਹੋਮੋ ਹੁੰਦਾ ਤਾਂ ਸੇਮ ਹੋਣਾ ਸੀ, ਇੱਕੋ ਜਿਹੇ ਦੋ ਚੀਜ਼ਾਂ A ਤੇ B ਦੋਨੇ ਸੇਮ ਹੁੰਦੇ, ਬਟ ਇਹਦੇ ਵਿੱਚ ਹੀਟਰੋ ਪੁੱਛਿਆ ਗਿਆ, ਇਹ ਦੋਨੇ ਚੀਜ਼ਾਂ ਅਲੱਗ-ਅਲੱਗ ਨੇ, ਹੁਣੇ ਹੀ ਦੱਸ ਦਿੰਦਾ ਅਲੱਗ-ਅਲੱਗ। ਇਸ ਕਰਕੇ ਕਿਹਾ ਜਾਂਦਾ ਹੀਟਰੋਜੀਨੀਅਸ ਗਰੁੱਪ ਟੂ ਦਾ ਟੀਚਰ ਸ਼ੁੱਡ ਫੋਲੋ, ਕੀ ਫੋਲੋ ਕਰੇਗਾ, ਅਲੱਗ-ਅਲੱਗ ਫੀਲਡਾਂ ਦੇ ਕਹਿ ਦਈਏ, ਜਿਵੇਂ ਆਰਟਸ ਦੇ ਸਟੂਡੈਂਟ ਹੋਣ, ਕਮਰਸ ਦੇ ਸਟੂਡੈਂਟ ਹੋਣ, ਤੇ ਉਸਦੇ ਨਾਲ ਮੈਡੀਕਲ ਨੋਨ ਮੈਡੀਕਲ ਸਟੂਡੈਂਟ ਹੋਣ ਸਾਇੰਸਿਸ ਦੇ, ਤਾਂ ਉਹਨਾਂ ਨੂੰ ਇੱਕੋ ਕਲਾਸ ਦੇ ਵਿੱਚ ਪੜ੍ਹਾਉਣਾ ਹੋਵੇ, ਕਿਸ ਵਿਧੀ ਦੇ ਰਾਹੀਂ ਪੜ੍ਹਾਵਾਂਗੇ ਉਹ ਦੱਸਦੇ ਹਾਂ, ਲੈਕਚਰ ਮੈਥਡ। ਜੇਕਰ ਲੈਕਚਰ ਮੈਥਡ ਯੂਜ਼ ਕਰਾਂਗੇ ਸ਼ਾਇਦ ਉਹ ਕਮਰਸ ਵਾਲਿਆਂ ਨੂੰ ਨਾ ਸਮਝ ਆਵੇ, ਆਰਟਸ ਵਾਲਿਆਂ ਨੂੰ ਸਮਝ ਲੱਗ ਜਾਵੇ, ਮੈਡੀਕਲ ਨੋਨ ਮੈਡੀਕਲ ਵਾਲਿਆਂ ਨੂੰ ਸਮਝ ਨਾ ਲੱਗੇ, ਇਸ ਕਰਕੇ ਨਹੀਂ ਹੈ। ਡੈਮੋਸਟ੍ਰੇਸ਼ਨ ਜਿਹੜਾ ਪ੍ਰਦਰਸ਼ਨ ਵਿਧੀ ਰਹੇਗੀ ਤਾਂ ਉਹ ਵੀ ਨਹੀਂ ਹੈ, ਪ੍ਰਦਰਸ਼ਨ ਤੇ ਲੈਕਚਰ ਮੈਥਡ ਦੋਨਾਂ ਨੂੰ ਮਿਲਾ ਕੇ ਕਰੀਏ ਫਿਰ ਮੰਨ ਸਕਦੇ ਸੀਗੇ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਦੀ ਪ੍ਰੋਜੈਕਟ ਮੈਥਡ। ਪ੍ਰੋਜੈਕਟ ਦੇ ਜਿਹੜਾ ਪ੍ਰੋਜੈਕਟ ਮੈਥਡ ਆ, ਮਤਲਬ ਪ੍ਰੋਜੈਕਟ ਦੇ ਪੜ੍ਹਾਇਆ ਜਾਵੇ, ਉਹਨਾਂ ਨੂੰ ਆਵਾਜ਼ ਸੁਣਾਈ ਜਾਵੇ, ਤਾਂ ਉਸ ਨੂੰ ਲੈ ਕੇ ਹੈ। ਤੇ ਉਸ ਤੋਂ ਬਾਅਦ ਲੈਕਚਰ ਕੰਮ, ਜਿਹੜਾ ਕਿ ਲੈਕਚਰ ਸਾਹਿਤ ਪ੍ਰਦਰਸ਼ਨ ਕਰਨਾ, ਇਹ ਮੰਨ ਸਕਦੇ ਹਾਂ ਦੋਨਾਂ ਦੇ ਵਿੱਚੋਂ, ਪਰ ਲੈਕਚਰ ਕੰਮ ਇਹ ਵਾਲਾ ਆਪਸ਼ਨ ਹੈ ਜਿਹੜਾ ਆਪਣੇ ਕੋਲ D,
एक हद तक ही सीमित आ, बट आप प्रोजेक्ट मैथड ਦੇ ਨਾਲ शायद एक वीडियो ਦੇ थ्रू ਆਡੀਓ ਵੀਡੀਓ ਜਿਹੜੇ ਰਹਿਣਗੇ ਵਿਜ਼ੂਅਲ ਏਡ ਉਹਨਾਂ ਨਾਲ ਸ਼ਾਇਦ ਉਹਨਾਂ ਨੂੰ ਜਲਦੀ ਸਮਝ ਲੱਗ ਜਾਵੇ। ਇਸ ਕਰਕੇ ਆਪਾਂ ਦੋਨਾਂ ਚੀਜ਼ਾਂ ਨੂੰ ਹੀ ਮੈਂਸ਼ਨ ਕਰਾਂਗੇ। ਇਹਦਾ ਜਿਹੜਾ ਸਹੀ ਆਨਸਰ ਹੈ ਉਹ ਸੀ ਹੈ। 49 ਦੇ ਵਿੱਚ ਪੁੱਛਿਆ ਹੈ ਟੀਚਰ ਰਿਲੇਸ਼ਨ ਵਿਦ ਅ ਸਟੂਡੈਂਟ ਸ਼ੁੱਡ ਬੀ, ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ? ਫਾਰਮਲ, ਇਨਫਾਰਮਲ, ਦੇਖੋ ਰਸਮੀ, ਗੈਰ ਰਸਮੀ। ਇਹਦੇ ਵਿੱਚ ਦੇਖਿਓ ਥੋੜਾ ਜਿਹਾ ਪ੍ਰੇਮੀ ਵਾਲਾ, ਤਾਂ ਪ੍ਰੇਮੀ ਵਾਲਾ ਤਾਂ ਪਹਿਲਾਂ ਹੀ ਕੱਢ ਦਿਓ ਤੁਸੀਂ, ਉਹ ਤਾਂ ਪੇਸ਼ਾਵਰ ਪ੍ਰੋਫੈਸ਼ਨਲ, ਤਾਂ ਪ੍ਰੋਫੈਸ਼ਨਲ ਵੀ ਨਹੀਂ ਹੈ ਕਿ ਇੰਨਾ ਵੀ ਨਾ ਪਿਆਰ ਕਰੋ ਬੱਚਿਆਂ ਨੂੰ ਕਿ ਵਿਗੜ ਜਾਣ, ਪ੍ਰੇਮੀ ਬਣ ਜਾਣ, ਹਨਾ, ਤੇ ਇੰਨਾ ਵੀ ਤੁਸੀਂ ਪੇਸ਼ਾ ਨਾ ਰੱਖੋ ਕਿ ਬੱਚੇ ਤੁਹਾਡੇ ਤੋਂ ਦੂਰੀਆਂ ਪਾਉਣ, ਤਾਂ ਇਹ ਦੋਨੇ ਹੀ ਗਲਤ ਆ। ਇਹਦੇ ਵਿੱਚ ਬਚਿਆ ਫਾਰਮਲ ਤੇ ਇਨਫਾਰਮਲ। ਇਹਦੇ ਵਿੱਚ ਜਿਹੜਾ ਫਾਰਮਲ ਦੀ ਗੱਲ ਕਰੀਏ ਸਕੂਲ ਨੂੰ ਲੈ ਕੇ, ਇਨਫਾਰਮਲ ਵਿਦਆਊਟ ਸਕੂਲ ਆ, ਇਸ ਨੂੰ ਸੋਚ ਕੇ ਚੱਲਣਾ, ਠੀਕ ਹੈ। ਰਿਲੇਸ਼ਨ ਕਿਦਾਂ ਦਾ ਹੋਣਾ ਚਾਹੀਦਾ? ਇਹਦੇ ਵਿੱਚ ਜਿਹੜਾ ਸਹੀ ਆਨਸਰ ਹੈ ਉਹ ਹੈ ਫਾਰਮਲ, ਫਾਰਮਲ ਹੋਣਾ ਚਾਹੀਦਾ ਹੈਗਾ। ਉਸ ਤੋਂ 50 ਜਿਹੜਾ ਕੁਐਸਚਨ ਪੁੱਛਿਆ ਗਿਆ ਸੀਗਾ, ਸਕਸੈਸ ਆਫ ਦਾ ਪ੍ਰੋਫੈਸ਼ਨਲ ਡਿਪੈਂਡ ਔਨ ਦਾ, ਪੇਸ਼ੇ ਦੀ ਸਫਲਤਾ ਕਿਸ ਤੇ ਨਿਰਭਰ ਕਰਦੀ ਹੈ? ਦੇਖੋ ਇਹਦੇ ਵਿੱਚ ਲਿਖਿਆ ਹੋਇਆ ਪਾਲਿਸੀ ਟੂ ਪਲੀਜ਼ ਵਿਅਕਤੀ ਨੂੰ ਖੁਸ਼ ਕਰਨ ਦੀ ਨੀਤੀ, ਇਹ ਵੀ ਨਹੀਂ ਹੋਵੇਗੀ ਜੀ। ਉਸ ਤੋਂ ਬਾਅਦ ਲੋਕਾਂ ਨਾਲ ਸੰਬੰਧ ਬਣਾਈ ਰੱਖਣਾ, ਚਲੋ ਮੰਨ ਲੈਂਦੇ ਆ, ਪਰ ਪੇਸ਼ੇ ਦੀ ਇਸ ਦੇ ਨਾਲ ਕੁਛ ਨਹੀਂ ਹੈ, ਸਫਲਤਾ ਦੇ ਨਾਲ ਕੁਛ ਨਹੀਂ। ਉਸ ਤੋਂ ਬਾਅਦ ਜਿਹੜਾ ਨੈਕਸਟ ਆ ਕਾਰਜ ਦੀ ਗੁਣਵੱਤਾ ਨੂੰ ਕਾਇਮ ਰੱਖਣਾ, ਮੇਨਟੇਨ ਦਾ ਕੁਆਲਿਟੀ ਆਫ ਵਰਕ, ਹਾਂਜੀ ਇਹ ਮੰਨ ਸਕਦੇ ਆ। ਉਸ ਤੋਂ ਰਾਇਲਟੀ ਆਫ ਦਾ ਸੁਪੀਰੀਅਰ, ਵੱਡਿਆਂ ਦੀ ਪ੍ਰਤੀ ਵਫਾਦਾਰੀ, ਤਾਂ ਇਹ ਵੀ ਨਹੀਂ ਹੈ। ਆਪਣੇ ਕੰਮ ਨੂੰ ਆਪਾਂ ਪੇਸ਼ੇਵਰ ਦੀ ਸਫਲਤਾ ਵੱਲ ਲੈ ਕੇ ਜਾਣਾ, ਤੇ ਇਹਦੇ ਵਿੱਚ ਸੀ ਸਹੀ ਆਨਸਰ ਹੈ। ਜੇਕਰ ਤੁਸੀਂ ਟੀਚਰ ਹੋ, ਆਪਣੀ ਵਧੀਆ ਟੀਚਿੰਗ ਪ੍ਰੋਫੈਸ਼ਨ ਨੂੰ ਅਪਣਾਉਣਾ ਚਾਹੁੰਦੇ, ਤੁਹਾਡੇ ਕੋਲ ਸਕਿੱਲਸ ਹੋਣੀਆਂ ਚਾਹੀਦੀਆਂ, ਕਿ ਉਹਦੀ ਕੁਆਲਿਟੀ ਹੋਣੀ ਚਾਹੀਦੀ ਹੈ ਵਰਕ ਦੀ। ਕਿਸ ਤਰ੍ਹਾਂ ਕੁਆਲਿਟੀ ਹੋਵੇਗੀ? ਜੇਕਰ ਸਕਿੱਲ ਹੋਵੇਗੀ, ਕਮਿਊਨੀਕੇਸ਼ਨ ਸਕਿੱਲ ਹੋਵੇਗੀ ਤੁਹਾਡੇ ਕੋਲ ਆਪਣੀ, ਇਸ ਤਰ੍ਹਾਂ ਦੀ ਹੈ। ਤੁਹਾਡੇ ਕੋਲ ਬਲੈਕ ਬੋਰਡ ਜਿਹੜਾ ਵਰਕ ਹੈ ਕਾਫੀ ਅੱਛਾ ਕਰਦੇ ਹੋ, ਸ਼ਾਇਦ ਬੱਚਿਆਂ ਨੂੰ ਚੀਜ਼ ਸਮਝ ਲੱਗ ਜੇ। ਤੁਸੀਂ ਆਡੀਓ ਵਿਜ਼ੂਅਲ ਏਡਸ ਆ ਜਿਹੜੇ ਯੂਜ਼ ਕਰਦੇ ਹੋ, ਇਸ ਕਰਕੇ ਬੱਚਿਆਂ ਦਾ ਜਿਹੜੀ ਕੁਆਲਿਟੀ ਆ, ਬੱਚਿਆਂ ਨੂੰ ਸਮਝ ਆ ਜਲਦੀ ਆ ਜਾਵੇ। 51 ਪੁੱਛਿਆ ਗਿਆ ਸੀਗਾ, ਇਹਦੇ ਵਿੱਚ ਦੇਖੋ ਇਹ ਥੋੜਾ ਲੰਮਾ ਆ, ਪਰ ਸਮਝ ਤੁਹਾਡੇ ਲੱਗ ਜਾਵੇਗਾ। ਤੁਹਾਡੇ ਸਕੂਲ ਦੇ ਬਹੁਤੇ ਅਧਿਆਪਕ ਚਾਹੁੰਦੇ ਹਨ ਕਿ ਤੁਸੀਂ ਸਟਾਫ ਸਕੱਤਰ ਬਣੋ। ਮੰਨ ਲਓ ਕਿ ਮੈਜੋਰਟੀ ਆਫ ਦਾ ਟੀਚਰ ਇਨ ਯੂਅਰ ਸਕੂਲ ਵਾਂਟ ਟੂ ਯੂ ਸਟਾਫ ਸੈਕਟਰੀ, ਤੇ ਤੁਸੀਂ ਨਹੀਂ ਚਾਹੁੰਦੇ, ਤਾਂ ਤੁਸੀਂ ਕੀ ਕਰੋਗੇ? ਤੁਸੀਂ ਕੀ ਗਤੀਵਿਧੀ ਕਰੋਗੇ? ਪ੍ਰਤੀਕਿਰਿਆ ਕੀ ਹੋਵੇਗੀ ਤੁਹਾਡੀ? ਜਿਹੜੇ ਏ ਦੇ ਵਿੱਚ ਆਪਸ਼ਨ ਆ ਉਹਨਾਂ ਨੂੰ ਉਤਸੁਕਤਾ ਦੱਸੋਗੇ, ਤਾਂ ਕਿ ਤੁਸੀਂ ਇਸ ਨੂੰ ਨਾ ਲਵੋ। ਵੀ ਇਸ ਤਰ੍ਹਾਂ ਤੋਂ ਤੁਸੀਂ ਦੱਸੋਗੇ ਵੀ ਉਹਨੂੰ ਸਟਾਫ ਸੈਕਟਰੀ ਨਾ ਬਣਾਇਆ ਜਾਵੇ ਜਾਂ ਸਕੱਤਰ ਨਾ ਬਣਾਇਆ ਜਾਵੇ, ਇਹ ਵੀ ਨਹੀਂ ਹੈ। ਟੈਲ them that you are not the apart person, ਮਤਲਬ ਜਿਹੜੇ ਤੁਸੀਂ ਚੁਣਿਆ ਵਿਅਕਤੀ ਨਹੀਂ ਆ ਮੈਂ, ਇਸ ਤਰ੍ਹਾਂ ਇਹ ਵੀ ਗਲਤ ਹੈ ਜੀ। ਇਸਦਾ ਉਹ ਤਾਂ ਨਹੀਂ ਦੱਸ ਸਕਦਾ। ਉਹਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਸੀ ਔਰ ਡੀ ਦੀ, ਦੋਨੋਂ ਦੇਖੋ ਤੁਸੀਂ, ਸੁਜੈਸਟ ਨੇਮ ਦਾ ਸਮਬਡੀ ਐਲਸ, ਮਤਲਬ ਕਿ ਕੋਈ ਉਹਦੀ ਥਾਂ ਤੇ ਕੋਈ ਹੋਰ ਚੁਣ ਲਓ, ਤੇ ਉਹਨੂੰ ਚੁਣਨਾ ਚਾਹੁੰਦੇ ਆ, ਪਰ ਉਹ ਕੀ ਰਿਐਕਟ ਕਰੇਗਾ? ਤੁਸੀਂ ਕਿਸੇ ਹੋਰ ਨੂੰ ਚੁਣ ਲਓ, ਇਹ ਤਾਂ ਕੋਈ ਆਨਸਰ ਨਹੀਂ ਹੋਇਆ ਨਾ ਇਸਦਾ। 51 ਦਾ ਜਿਹੜਾ ਸਹੀ ਆਨਸਰ ਆ ਉਹ ਸੀ ਆ। ਬਾਕੀ ਸਾਰੇ ਆਪਾਂ ਰੀਡ ਕਰ ਲਏ। ਅਸੈਪਟ ਕਰੇਗਾ ਚੈਲੰਜ ਨੂੰ, ਤੇ ਉਹਨਾਂ ਨੂੰ ਕਹੇਗਾ ਕਿ ਤੁਸੀਂ ਮੇਰੀ ਹੈਲਪ ਕਰੋ ਸਾਰੇ ਮਾਮਲਿਆਂ ਦੇ ਵਿੱਚ, ਸ਼ਾਇਦ ਮੈਂ ਜਲਦੀ ਪ੍ਰੋਗਰੈਸ ਵਿੱਚ ਹੋਵਾਂ ਤੇ ਮੈਂ ਜਲਦੀ ਹਾਸਲਤਾ ਜਿਹੜੀ ਤੁਸੀਂ ਸੋਚ ਰਹੇ ਹੋ ਉਸ ਤੱਕ ਮੈਂ ਪਹੁੰਚ ਸਕਾਂ, ਤੇ ਇਹਦਾ ਵੀ ਆਨਸਰ ਸੀ ਸਹੀ ਹੈ। ਉਸ ਤੋਂ ਬਾਅਦ 52 ਪੁੱਛਿਆ ਗਿਆ ਸੀ ਇਹਦੇ ਵਿੱਚ ਕਿ ਨਿਮਨਲਿਖਤ ਤਰੀਕਿਆਂ ਵਿੱਚੋਂ ਕਿਸ ਵਿਧੀ ਨਾਲ ਵਿਦਿਆਰਥੀਆਂ ਦਾ ਸਹੀ ਮੁਲਾਂਕਣ ਸੰਭਵ ਹੈ? ਦੇਖੋ ਆਪਾਂ ਅਵੈਲੂਏਟ ਕਰਨਾ ਬੱਚਿਆਂ ਨੂੰ, ਕਿੰਨਾ ਉਹ ਪੜ੍ਹੇ ਆ, ਕਿੰਨਾ ਕੁ ਉਹਨਾਂ ਨੂੰ ਸਮਝ ਲੱਗੇ, ਕਿੰਨਾ ਕੁ ਲਿਖ ਸਕਦੇ ਆ, ਸਾਰੀਆਂ ਚੀਜ਼ਾਂ ਨੂੰ। ਇਹਦੇ ਵਿੱਚ ਆਪਸ਼ਨ ਆਪਣੇ ਕੋਲ ਫਾਰਮੇਟਿਵ, ਕੰਟੀਨਿਊ, ਅਵੈਲੂਏਟ ਟਵਿਸ ਇਨ ਈਅਰ, ਤਾਂ ਇਹ ਗਲਤ ਆ। 1 ਸਾਲ ਦੇ ਵਿੱਚ 2 ਵਾਰੀ ਜਿਵੇਂ ਸਮੈਸਟਰ ਵਾਈਜ਼ ਦਾ, ਨਹੀਂ, ਇਹ ਤਾਂ ਮੈਂ ਪਹਿਲੇ ਹੀ ਗਲਤ ਕਰ ਦਿੰਦਾ ਆ। ਇਸ ਤੋਂ ਬਾਅਦ ਆਪਣੇ ਕੋਲ ਅਵੈਲੂਏਟ ਐਟ ਦਾ ਐਂਡ ਆਫ ਦਾ ਕੋਰਸ, ਇਹ ਵੀ ਗਲਤ ਹੈ ਜੀ। ਇਹ ਆਪਣੇ ਬਚ ਕੇ ਫਾਰਮੇਟਿਵ ਤੇ ਕੰਟੀਨਿਊ। ਤਾਂ ਫਾਰਮੇਟਿਵ ਹੁੰਦੇ ਆ ਜਿਵੇਂ FA, CBSE ਬੋਰਡ ਦੇ ਵਿੱਚ FA ਫਾਰਮੇਟਿਵ ਟੈਸਟ ਰਹਿੰਦੇ ਨੇ, ਮਹੀਨਾ ਬਾਈ ਮਹੀਨਾ ਹੁੰਦੇ ਆ। ਤਾਂ ਉਸ ਦੀ ਬਜਾਏ ਆਪਾਂ ਜੇਕਰ ਕੰਟੀਨਿਊ ਕਰੀਏ, ਤਾਂ ਕੰਟੀਨਿਊ ਦੇ ਵਿੱਚ ਪਤਾ ਲੱਗ ਜਾਏਗਾ ਵਿਦਿਆਰਥੀ ਨਿਰੰਤਰ ਮੁਲਾਂਕਣ ਕਰਨਾ, ਵਿਦਿਆਰਥੀ ਕਿੰਨਾ ਕੁ ਵਧਿਆ, ਕਿੰਨੀ ਕੁ ਕਮੀ ਰਹਿੰਦੀ ਆ, ਉਹਨੂੰ ਕਿੰਨਾ ਕੁ ਸੁਧਾਰਨਾ ਚਾਹੀਦਾ, ਤੇ ਇਹਦਾ ਵੀ ਸਹੀ ਆਨਸਰ ਹੈ। ਉਸ ਤੋਂ 53 ਦੀ ਗੱਲ ਕਰੀਏ ਆਪਾਂ,
इंटरनल असैसमेंट इज गुड बिकॉज मतलब अंदरूनी मुलांकन चंगा है क्यों ये स्टूडेंट का जोड़ा डर है विद्यार्थी अध्यापक तो डरते हैं इसका मतलब डर ਨੂੰ हट जान नहीं ये गलत है जी इट गिव वेटेज टू द क्लासरूम अटेंशन ਮੰਨ ਸਕਦੇ ਹਾਂ ਵੀ ਇੱਕ ਕਲਾਸਰੂਮ ਵੱਧ ਧਿਆਨ ਦੇਣ ਵਾਲੇ ਉਦੇਸ਼ਾਂ ਨੂੰ ਪ੍ਰੋਲਿਤ ਕਰਦਾ ਹੈ ਤੇ ਦਿੰਦਾ ਹੈ ਮਤਲਬ ਕਿ ਵੇਟੇਜ ਦਿੰਦਾ ਹੈ ਚਲੋ ਮੰਨ ਸਕਦੇ ਹਾਂ ਉਸ ਤੋਂ ਬਾਅਦ ਸੀ ਦੇਖਦੇ ਹਾਂ ਓਨਲੀ ਦਾ ਟੀਚਰ ਨੋ ਦੈਟ ਦਾ ਪ੍ਰੋਗਰੈਸ ਐਂਡ ਪਰਫਾਰਮੈਂਸ ਆਫ ਦਾ ਸਟੂਡੈਂਟ ਤਾਂ ਟੀਚਰ ਤੇ ਸਟੂਡੈਂਟ ਜਿਹੜਾ ਸਟੂਡੈਂਟ ਦੀ ਪ੍ਰੋਗਰੈਸ ਆ ਜਾਂ ਉਹਦੀ ਪਰਫਾਰਮੈਂਸ ਆ ਉਹ ਇਕੱਲੇ ਟੀਚਰ ਨੂੰ ਹੀ ਪਤਾ ਲੱਗੇ ਗਲਤ ਹੈ ਜੀ ਉਹ ਫੈਮਿਲੀ ਤੱਕ ਵੀ ਪਹੁੰਚੇ ਇਟ ਵਿਲ ਇੰਪਰੂਵ ਦਾ ਸਕੋਰ ਇਹ ਕੁੱਲ ਸਕੋਰ ਦੀ ਬਿਹਤਰ ਕਰਦਾ ਹੈ ਮਤਲਬ ਕਿ ਕੁੱਲ ਸਕੋਰ ਨੂੰ ਬਿਹਤਰ ਕਰਦਾ ਮੰਨ ਲੈਂਦੇ ਹਾਂ ਬਟ ਇਹਦੇ ਵਿੱਚ ਜਿਹੜਾ ਸਹੀ ਆਨਸਰ ਆ ਉਹ ਬੀ ਹੈ ਕਿਉਂਕਿ ਉਹ ਉਹਨਾਂ ਨੂੰ ਵੇਟੇਜ ਪ੍ਰੋਵਾਈਡ ਕਰਦਾ ਕਲਾਸਰੂਮ ਦੇ ਵਿੱਚ ਵਿਦਿਆਰਥੀ ਨੂੰ ਇੰਟਰਨਲ ਅਸੈਸਮੈਂਟ ਆਪਾਂ ਦੇਖਦੇ ਹਾਂ ਕਿ ਆਪਣਾ ਜੇਕਰ ਆਪਾਂ ਪੜ੍ਹਦੇ ਹਾਂ ਹੁਣ ਬੀਏ ਕੀਤੀ ਹੈ ਬਹੁਤ ਸਾਰੇ ਕੈਂਡੀਡੇਟ ਨੇ ਬੀਐਸਸੀ ਵੀ ਕੀਤੀ ਹੈ ਉਹਦੇ ਵਿੱਚ ਆਪਾਂ ਨੂੰ 10 ਜਾਂ 20 ਨੰਬਰ ਦੀ ਵੇਟੇਜ ਮਿਲਦੀ ਸੀ ਇੰਟਰਨਲ ਅਸੈਸਮੈਂਟ ਚੋਂ ਕਿਉਂਕਿ ਆਪਾਂ ਅਲੱਗ ਤੋਂ ਵਰਕ ਕਰਾਂਗੇ ਸ਼ਾਇਦ ਆਪਣੇ ਉਹ ਮਾਰਕਸ ਐਡ ਹੋ ਜਾਣ ਫਾਈਨਲ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਸਹੀ ਤੁਹਾਨੂੰ ਦੱਸ ਦਿੱਤਾ ਆਨਸਰ ਬੀ ਦਾ ਸਹੀ ਆਨਸਰ ਹੈ ਉਸ ਤੋਂ ਬਾਅਦ 54 ਜਿਹੜਾ ਪ੍ਰਸ਼ਨ ਪੁੱਛਿਆ ਗਿਆ ਸੀਗਾ what are the characteristic of continuous and comprehensive evaluation ਤਾਂ ਨਿਰੰਤਰ ਤੇ ਵਿਆਪਕ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਕੀ ਹਨ ਦੇਖੋ ਇਹਦੇ ਵਿੱਚ ਥੋੜਾ ਧਿਆਨ ਦਿਓ ਕਿਉਂਕਿ ਚਾਰੇ ਤੁਹਾਨੂੰ ਲੱਗਣਗੇ ਵੀ ਸਹੀ ਹੋਣਗੇ ਕਿਉਂਕਿ ਇਸ ਦੇ ਬਾਰੇ ਤੁਸੀਂ ਨਹੀਂ ਪੜ੍ਹਿਆ ਦੋ ਚੀਜ਼ਾਂ ਨੂੰ ਇਕੱਠਾ ਕਰਤਾ ਕੰਟੀਨਿਊ ਇੱਕ ਤਾਂ ਕੰਪਰੀਹੈਂਸਿਵ ਤੇ ਇਹ ਚੀਜ਼ਾਂ ਨੂੰ ਬਹੁਤ ਹੈ ਕਿ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇਹਦੇ ਵਿੱਚ ਕੀ ਹੈ ਇਟ ਰਿਪਲੇਸ ਮਾਰਕ ਵਿਦ ਦਾ ਗ੍ਰੇਡਸ ਹਾਂਜੀ ਮੰਨ ਸਕਦੇ ਹਾਂ ਕਿ ਮਾਰਕਸ ਨੂੰ ਗ੍ਰੇਡ ਦੇ ਵਿੱਚ ਕਨਵਰਟ ਕੀਤਾ ਜਾਵੇ ਇਟ ਹੈਲਪ ਟੂ ਰਿਡਿਊਸਿੰਗ ਐਗਜ਼ਾਮੀਨੇਸ਼ਨ ਫੋਬੀਆ ਮੰਨ ਸਕਦੇ ਆ ਡਰ ਨੂੰ ਘਟਾਉਂਦਾ ਹੈ ਮਤਲਬ ਪ੍ਰੀਖਿਆ ਦੇ ਡਰ ਨੂੰ ਘਟਾਉਂਦਾ evaluate every aspect of the student ਹਾਂ ਮੰਨ ਸਕਦੇ ਆ ਸੀਬੀਐਸਈ ਬੋਰਡ ਦੇ ਵਿੱਚ ਇਸ ਤਰ੍ਹਾਂ ਹੀ ਚੱਲਦਾ ਕਿ ਬੱਚਿਆਂ ਦੀ ਮਿਊਜ਼ਿਕ ਫਿਜ਼ੀਕਲੀ ਸਪੋਰਟਸ ਦੇ ਵਿੱਚ ਉਹਦੇ ਆਰਟ ਦੇ ਵਿੱਚ ਇਸ ਤਰ੍ਹਾਂ ਨੂੰ ਮੁਲਾਂਕਣ ਕੀਤਾ ਜਾਂਦਾ ਹੈ ਸੀਬੀਐਸਈ ਬੋਰਡ ਦੇ ਵਿੱਚ ਉਸ ਕਰਕੇ ਇਹ ਸਾਰੇ ਦੇ ਸਾਰੇ ਆਪਸ਼ਨ ਜਿਹੜੇ ਤਿੰਨੋਂ ਦੇ ਤਿੰਨੇ ਆਪਸ਼ਨ ਸਹੀ ਆ ਇਹਦੇ ਵਿੱਚ ਫਿਰ ਡੀ ਸਹੀ ਆ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਿਆ ਕਿ ਤੁਸੀਂ ਜਦੋਂ ਇਦਾਂ ਦਾ ਪ੍ਰਸ਼ਨ ਕਰੋਗੇ ਕੁਐਸਚਨ ਕਰੋਗੇ ਤਾਂ ਇਸ ਤਰ੍ਹਾਂ ਦਾ ਲੱਗੇਗਾ ਵੀ ਸਾਰੇ ਸਹੀ ਆ ਤੇ ਇਹਦੇ ਵਿੱਚ ਤਾਂ ਸਾਰੇ ਸਹੀ ਆ ਬਹੁਤ ਸਾਰਿਆਂ 'ਚ ਨਹੀਂ ਹੁੰਦੇ ਸਾਰੇ ਸਹੀ ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਆ ਦੇਖੋ ਲਾਇਬ੍ਰੇਰੀ ਆਪਣੇ ਕੋਲ ਟੌਪਿਕ ਸੀਗਾ ਉਹਦੇ ਆਧਾਰ ਤੇ ਇੱਕ ਤੁਹਾਨੂੰ ਐਮਸੀਕਿਊ ਜ਼ਰੂਰ ਆਵੇਗਾ ਲਾਇਬ੍ਰੇਰੀ ਹੈਲਪ ਸਟੂਡੈਂਟ ਟੂ ਡਿਵੈਲਪ ਕੀ ਕਿਤਾਬਾਂ ਦੇ ਪ੍ਰਤੀ ਪਿਆਰ ਮੰਨ ਸਕਦੇ ਆ ਸਮਝਣ ਦੀ ਸ਼ਮਤਾ ਠੀਕ ਆ ਮੰਨ ਸਕਦੇ ਆ ਨਿੱਜੀ ਸੰਬੰਧ ਮੰਨ ਸਕਦੇ ਆ ਦੋਸਤਾਨਾ ਚਲੋ ਬੁੱਕਸ ਨੂੰ ਆਪਾਂ ਪ੍ਰੇਮੀ ਵਾਲੀ ਗੱਲ ਪ੍ਰਤੀ ਪਿਆਰ ਤੇ ਦੋਸਤਾਨਾ ਮੰਨ ਲਿਆ ਨਿੱਜੀ ਸੰਬੰਧ ਦਾ ਕੋਈ ਮਤਲਬ ਨਹੀਂ ਹੈ ਨਿੱਜੀ ਸੰਬੰਧ ਦਾ ਕੋਈ ਇਦਾਂ ਹੈ ਹੀ ਨਹੀਂ ਬਟ ਆਪਾਂ ਗੱਲ ਕਰੀਏ ਸਮਝਣ ਦੀ ਸ਼ਮਤਾ ਉਹ comprehensive ability improve ਕਰਦਾ ਮਤਲਬ ਕਿ ਉਹ ਸਮਝ ਸਕੇ 55 ਦਾ ਜਿਹੜਾ ਸਹੀ ਆਨਸਰ ਆ ਉਹ ਬੀ ਹੈ ਸਮਝਣ ਦੀ ਸ਼ਮਤਾ ਜੇਕਰ ਪੜਾਂਗੇ ਆਪਾਂ ਹੋਰ ਜ਼ਿਆਦਾ ਬੁੱਕਸ ਪੜਾਂਗੇ ਆਪਣੀ ਸੋਚਣ ਵਾਲੀ ਸ਼ਕਤੀ ਇਨਕਰੀਜ਼ ਹੋਵੇਗੀ 56 ਦੀ ਗੱਲ ਕਰੀਏ ਫਾਰ ਟੀਚਰਸ ਦਾ ਬੁੱਕ ਇਸ਼ੂ ਸ਼ੁੱਡ ਬੀ ਇਸ਼ੂ ਮਤਲਬ ਕਿ ਅਧਿਆਪਕ ਲਈ ਕਿਤਾਬਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਕਿੰਨੇ ਚਿਰ ਲਈ ਇਹਦੇ ਵਿੱਚ ਲਿਖਿਆ ਹੋਇਆ 1 ਵੀਕ ਦੇ ਲਈ 1 ਮਹੀਨੇ ਦੇ ਲਈ 6 ਮਹੀਨਿਆਂ ਦੇ ਲਈ 1 ਸਾਲ ਲਈ ਇਹਦੇ ਵਿੱਚ ਜਿਹੜਾ ਸਹੀ ਗੱਲ ਕਰੀਏ ਤਾਂ ਕਿੰਨੇ ਚਿਰ ਦੀ ਦੇਣੀ ਚਾਹੀਦੀ ਹੈ ਚਲੋ ਤੁਸੀਂ ਕਮੈਂਟ ਦੇ ਵਿੱਚ ਫਿਰ ਵੀ ਦੱਸਿਓ ਮੈਂ ਤੁਹਾਨੂੰ ਦੱਸ ਰਿਹਾ 56 ਦਾ ਜਿਹੜਾ ਸਹੀ ਆਨਸਰ ਹੈ ਉਹ ਬੀ 1 ਮਹੀਨੇ ਦੇ ਲਈ ਇੱਕ ਬੁੱਕ ਦੇਣੀ ਚਾਹੀਦੀ ਹੈ ਕਿ 1 ਮਹੀਨੇ ਦੇ ਪੜ੍ਹ ਸਕੇ ਜੇਕਰ ਗੱਲ ਕਰਾਂ ਮੈਂ ਯੂਨੀਵਰਸਿਟੀਆਂ ਦੇ ਵਿੱਚ ਉਹ 2 ਹਫ਼ਤਿਆਂ ਦੀ ਦਿੰਦੇ ਆ ਯੂਨੀਵਰਸਿਟੀਆਂ ਵਿੱਚ 2 ਹਫ਼ਤਿਆਂ ਦੀ 1 ਹਫ਼ਤਾ ਦੀ ਸ਼ਾਇਦ ਉਹ ਜਲਦੀ ਪੜ੍ਹ ਲਵੇ ਪਰ ਉਹਨਾਂ ਨੂੰ ਪ੍ਰੈਸ਼ਰ ਨਹੀਂ ਦੇਣਾ ਚਾਹੀਦਾ ਕੈਂਡੀਡੇਟ ਨੂੰ 57 ਜਿਹੜਾ ਆਪਣੇ ਕੋਲੇ ਆ what do you understand by the reference book ਕੀ ਹੈ ਸੰਦਰਭ ਬੁੱਕ ਪੁਸਤਕ ਤੋਂ ਕੀ ਸਮਝਦੇ ਹੋ ਕੀ ਭਾਵ ਹੈ ਸੱਚ ਇਹ ਬੁੱਕ ਕੈਨ ਨਾਟ ਇਸ਼ੂ ਅਜਿਹੀ ਕਿਤਾਬ ਜਾਰੀ ਨਹੀਂ ਕੀਤੀ ਜਾ ਸਕਦੀ ਠੀਕ ਹੈ ਨਹੀਂ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਇਦਾਂ ਦੀ ਕਿਤਾਬ ਹਮੇਸ਼ਾ ਜਾਰੀ ਕੀਤੀ ਜਾਂਦੀ ਹੈ ਰੈਫਰੈਂਸ ਬੁੱਕ ਆ ਜਿਸ ਤੋਂ ਪੜ੍ਹਿਆ ਜਾ ਸਕਦਾ ਕਿਸੇ ਸਟੱਡੀ ਮਟੀਰੀਅਲ ਦੇ ਬਾਰੇ ਆਪਾਂ ਨੂੰ ਪਤਾ ਲੱਗੇ ਠੀਕ ਆ ਇਹ ਵੀ ਮੰਨ ਲਿਆ ਮਤਲਬ ਕਿ ਇਹਦੇ ਵਿੱਚ ਆਪਾਂ ਆਪਸ਼ਨ ਆ ਵੀ ਮੰਨ ਲਿਆ ਠੀਕ ਆ ਸੱਚ ਇਹ ਬੁੱਕ ਕੈਨ ਨਾਟ ਬੀ ਟੇਕ ਆਊਟ ਦਾ ਲਾਇਬ੍ਰੇਰੀ ਠੀਕ ਆ ਮੰਨ ਸਕਦੇ ਆ
ਅਜਿਹੀ ਕਿਤਾਬ ਨੂੰ ਲਾਇਬ੍ਰੇਰੀ ਤੋਂ ਬਾਹਰ ਨਹੀਂ ਕੱਢਿਆ ਜਾ ਸਕਦਾ। ਠੀਕ ਹੈ ਜੀ, ਮੰਨ ਸਕਦੇ ਹਾਂ। ਉਸ ਤੋਂ ਬਾਅਦ ਜਿਹੜਾ ਸੱਚ ਏ ਬੁੱਕ ਕੈਨ ਨਾਟ ਬੀ ਰੀਡ ਓਨਲੀ ਇਨ ਦਾ ਲਾਇਬ੍ਰੇਰੀ। ਠੀਕ ਹੈ, ਅਜਿਹੀ ਕਿਤਾਬ ਸਿਰਫ ਲਾਇਬ੍ਰੇਰੀ ਵਿੱਚ ਪੜ੍ਹੀ ਜਾ ਸਕਦੀ ਹੈ, ਜ਼ਰੂਰ ਮੰਨ ਸਕਦੇ ਹਾਂ। ਰੈਫਰੈਂਸ ਬੁੱਕ ਪੜ੍ਹੀ ਜਾ ਸਕਦੀ ਹੈ। ਇਹਦੇ ਵਿੱਚ ਜਿਹੜਾ ਉਸ ਤੋਂ ਬਾਅਦ ਅਪਰੋਚ ਸਾਰੇ ਕੀ 57 ਦਾ ਜਿਹੜਾ ਸਹੀ ਆਨਸਰ ਆ ਉਹ ਡੀ ਹੈ। ਕਿਉਂ ਹੈ? ਕਿਉਂਕਿ ਇਸ਼ੂ ਨਹੀਂ ਕੀਤੀ ਜਾ ਸਕਦੀ। ਜੇ ਇਸ਼ੂ ਨਾ ਕਰਾਂਗੇ ਉਹਨੂੰ ਲਾਇਬ੍ਰੇਰੀ 'ਚ ਬੈਠ ਕੇ ਪੜਾਂਗੇ, ਤੇ ਜੇ ਲਾਇਬ੍ਰੇਰੀ 'ਚ ਪੜਾਂਗੇ ਲਾਇਬ੍ਰੇਰੀ ਤੋਂ ਬਾਹਰ ਨਹੀਂ ਲੈ ਕੇ ਜਾਣ। ਮਤਲਬ ਕਿ ਤਿੰਨੇ ਚੀਜ਼ਾਂ ਇੱਕ ਦੂਜੇ ਦੇ ਵਿੱਚ ਕੋਰਿਲੇਟ ਕਰਦੀਆਂ, ਮਤਲਬ ਮਿਲਦੀਆਂ ਜੁਲਦੀਆਂ। ਇਸ ਕਰਕੇ ਇਹਦਾ ਸਹੀ ਆਨਸਰ ਆ ਉਹ ਡੀ ਹੈ। 58 ਬਹੁਤ ਆਸਾਨ ਹੈ ਜੀ। ਐਨਸੀਸੀ ਜਿਹੜੇ ਲੈਂਦੇ ਨੇ ਕੈਂਡੀਡੇਟ ਸਕੂਲ ਟਾਈਮ ਜਾਂ ਆਪਾਂ ਕਹਿ ਲਈਏ ਬੈਚਲਰ ਕੋਰਸ ਦੇ ਟਾਈਮ, ਉਹਨਾਂ ਨੂੰ ਏਮ ਕੀ ਹੁੰਦਾ ਐਨਸੀਸੀ ਦਾ? ਸੌਰੀ, ਐਨਸੀਸੀ ਅਲੱਗ ਆ, ਐਨਐਸਐਸ ਅਲੱਗ ਹੈ। ਉਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਕਹਿਣਗੇ ਵੀ ਜੀ ਸਾਨੂੰ ਐਡਮਿਸ਼ਨ ਦੇ ਵਿੱਚ ਹੈਲਪ ਕਰਦੀ ਆ, ਇਹ ਸਹੀ ਆ। ਠੀਕ ਹੈ ਜੀ, ਬਹੁਤ ਸਾਰੇ ਇਦਾਂ ਕਹਿਣਗੇ ਕਿ ਆਪਣੀ ਲੇਬਰ ਕੀਪਿੰਗ ਸਟੂਡੈਂਟ ਬਿਜੀ ਕਰਦੇ ਰਹਿੰਦੇ ਨੇ ਸਟੂਡੈਂਟ ਨੂੰ, ਕਿ ਅਲੱਗ-ਅਲੱਗ ਵਰਕ ਉਹਨਾਂ ਨੂੰ ਮਿਲ ਜਾਏ, ਵਿਦਿਆਰਥੀ ਰੁੱਝੇ ਰਹਿੰਦੇ ਆਪਣੇ ਕੰਮ ਦੇ ਵਿੱਚ। ਉਸ ਤੋਂ ਬਹੁਤ ਸਾਰੇ ਕਹਿਣਗੇ ਡਿਵੈਲਪਿੰਗ ਸੁਸਾਇਟੀ ਨੂੰ ਡਿਵੈਲਪ ਕਰਨ ਦੇ ਵਿੱਚ ਉਹ ਆਪਣੀ ਭਾਵਨਾਵਾਂ ਨੂੰ ਵਿਅਕਤ ਕਰੇਗਾ। ਇਹ ਤਿੰਨੇ ਭਾਵਨਾਵਾਂ ਨੇ ਦੇਖੋ। ਬਟ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ, ਇਹਦੇ ਵਿੱਚ ਸਹੀ ਆਨਸਰ ਆ ਉਹ ਕਿਰਤ ਤੇ ਮਾਨ ਨੂੰ ਵਿਕਸਿਤ ਕਰਨਾ ਹੈ। ਕਿਰਤ ਦੇ ਕੰਮ ਨੂੰ, ਮਤਲਬ ਆਪਦੇ ਹੱਥੀ ਕੰਮ ਕਰੋ, ਤਾਂ ਉਹ ਇਹਦਾ ਜਿਹੜਾ ਸਹੀ ਆਨਸਰ ਆ ਉਹ ਬੀ ਹੈ। ਤੇ ਬਹੁਤ ਸਾਰੇ ਏ ਵੀ ਲਾਉਣਗੇ, ਸੀ ਵੀ ਲਾਉਣਗੇ, ਡੀ ਵੀ ਆਨਸਰ ਲਾਉਣਗੇ। ਜਿਹੜਾ ਸਹੀ ਆਨਸਰ ਹੈ ਉਹ ਬੀ ਹੈ। 59 ਦੇ ਵੱਲ ਚੱਲਦੇ ਹਾਂ। ਫੈਮਿਲੀ ਜਿਹੜੀ ਕਿ ਉਸਦਾ ਮਤਲਬ ਕੀ ਹੈ? ਫੈਮਿਲੀ ਤੇ ਪਰਿਵਾਰ ਦਾ ਮਤਲਬ ਕੀ ਹੈ? ਫਾਰਮਲ ਐਜੂਕੇਸ਼ਨ, ਸੌਰੀ ਇਨਫਾਰਮਲ, ਫਾਰਮਲ ਕੌਣ ਪ੍ਰੋਵਾਈਡ ਕਰਦਾ? ਤੁਹਾਨੂੰ ਦੱਸ ਦਿੱਤਾ ਹੈ, ਫਾਰਮਲ ਟੀਚਰ ਪ੍ਰੋਵਾਈਡ ਕਰਦੇ ਆ। 59 ਦਾ ਜਿਹੜਾ ਸਹੀ ਆਨਸਰ ਦੱਸ ਰਹੇ ਹਾਂ। ਨॉन ਫਾਰਮਲ ਐਜੂਕੇਸ਼ਨ ਤਾਂ ਇਹ ਨਹੀਂ ਹੈ, ਡਿਸਟੈਂਸ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰਦਾ ਪਰਿਵਾਰ। ਤਾਂ ਇਹਦੇ ਵਿੱਚ ਜਿਹੜਾ ਸਹੀ ਹੈ ਜੀ ਗੈਰ ਰਸਮੀ। ਇੱਕ ਤਾਂ ਹੁੰਦਾ ਫਾਰਮਲ ਦੇ ਵਿੱਚ ਕੀ ਹੋਗਾ? ਟੀਚਰ ਆ ਗਏ, ਅਧਿਆਪਕ ਆ ਗਏ, ਉਹ ਸਿੱਧਾ ਹੀ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਹੈ। ਬਟ ਫੈਮਿਲੀ ਕੀ ਕਰਦੀ ਹੈ? ਤੁਹਾਨੂੰ ਇਨਡਾਇਰੈਕਟ, ਕਿ ਗੈਰ ਰਸਮੀ ਤਰੀਕੇ ਨਾਲ ਜਿਹੜੀ ਚੀਜ਼ ਪੜ੍ਹਾਈ ਜਾਣੀ ਚਾਹੀਦੀ ਹੈ ਉਹ ਤਾਂ ਨਹੀਂ, ਪਰ ਉਹ ਮੋਰਲ ਵੈਲਿਊ ਬਾਰੇ ਦੱਸਦੇ ਆ, ਤੁਹਾਨੂੰ ਰਹਿਣਾ ਸਹਿਣਾ, ਹੈਬਿਟਸ ਬਾਰੇ ਦੱਸਿਆ ਜਾਂਦਾ। ਉਸ ਤੋਂ ਬਾਅਦ ਖਾਣਾ ਪੀਣਾ ਕਿਵੇਂ ਖਾਣਾ ਉਸਦੇ ਬਾਰੇ ਦੱਸਿਆ ਜਾਂਦਾ। ਇਹੋ ਜਿਹੀਆਂ ਚੀਜ਼ਾਂ ਫੈਮਿਲੀ ਕਰਦੀ ਹੈ, ਤੇ ਇਹ ਇਨਫਾਰਮਲ ਦੇ ਵਿੱਚ ਆਵੇਗਾ। ਉਸ ਤੋਂ ਬਾਅਦ ਆਪਣੇ ਕੋਲ ਲਾਸਟ ਜਿਹੜਾ ਆਪਣਾ ਬਚਿਆ ਹੈ, ਸਕੂਲ ਸ਼ਬਦ ਕਿੱਥੋਂ ਓਰੀਜਿਨੇਟ ਹੋਇਆ ਜਾਂ ਕਿੱਥੋਂ ਉਪਜ ਹੋਇਆ, ਉਕਤੀ ਕਿੱਥੋਂ ਹੋਈ ਆ? ਇਹ ਗ੍ਰੀਕ, ਫ੍ਰੈਂਚ, ਲੈਟਿਨ ਐਂਡ ਇੰਗਲਿਸ਼ ਕੱਟ ਦਿਓ। ਹਮੇਸ਼ਾ ਲੈਟਿਨ ਤੇ ਗ੍ਰੀਕ ਦੇ ਵਿੱਚ ਬਹੁਤ ਸਾਰਾ ਕਹਿ ਸਕਦੇ ਆ ਡਿਫਰੈਂਸ ਵੀ ਹੈ, ਤੇ ਬਹੁਤ ਸਾਰਾ ਕੰਪੀਟੀਸ਼ਨ ਵੀ ਆ, ਤੇ ਬਹੁਤ ਸਾਰੇ ਇੱਦਾਂ ਦੇ ਗ੍ਰੀਕ ਤੇ ਲੈਟਿਨ ਦੇ ਫਿਲਾਸਫਰ ਹੋਏ ਨੇ ਜਿਨ੍ਹਾਂ ਨੇ ਇਹ ਟਰਮਾਂ ਆਪਾਂ ਨੂੰ ਦਿੱਤੀਆਂ ਨੇ। ਤੇ ਇਹਦਾ ਜਿਹੜਾ ਸਹੀ ਆਨਸਰ ਆ, ਜਿਹੜਾ ਸਕੂਲ ਸ਼ਬਦ ਆ ਉਹ ਗ੍ਰੀਕ ਦੇ ਕਿਸੇ ਫਿਲਾਸਫਰ ਨੇ ਆਪਾਂ ਨੂੰ ਦਿੱਤਾ ਹੈ, ਉਹਦਾ ਸਹੀ ਆਨਸਰ ਹੈ ਗ੍ਰੀਕ। ਤੇ ਆਪਾਂ ਸਾਰੇ ਹੀ ਕਰ ਚੁੱਕੇ ਹਾਂ। ਜੇਕਰ ਕੋਈ ਕੈਂਡੀਡੇਟ ਚਾਹੁੰਦਾ ਹੈ ਕਿ ਅਸੀਂ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਜੁਆਇੰਟ ਬੀਐਡ ਐਡਮਿਸ਼ਨ 2022-23 ਦੇ ਲਈ, ਤਾਂ ਫਾਰਮ ਫਿਲ ਕਿਵੇਂ ਕਰ ਸਕਦੇ ਹਾਂ? ਪੰਜਾਬ ਬੀਐਡ ਐਡਮਿਸ਼ਨ 2022-23 ਦੇ ਲਈ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਨੈਕਸਟ ਲੈਕਚਰ ਵੀ ਜਲਦੀ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਨੈਕਸਟ ਲੈਕਚਰ ਜਿਹੜਾ ਹੋਵੇਗਾ ਜਨਰਲ ਅਵੇਅਰਨੈਸ ਤੇ ਹੋਵੇਗਾ। 30 MCQ ਤੁਹਾਨੂੰ ਜਨਰਲ ਅਵੇਅਰਨੈਸ ਤੋਂ ਮਿਲਣਗੇ, ਇਹ ਕਰਾਂਗੇ। ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਵੀ ਡਾਊਟ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ। JV ਸਟੇਸ਼ਨ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਤੇ ਟੈਲੀਗ੍ਰਾਮ ਚੈਨਲ ਹੈ ਸਾਡਾ। ਇੱਕ ਅਲੱਗ ਤੋਂ ਹੀ WhatsApp ਗਰੁੱਪ ਬਣਾ ਰੱਖਿਆ ਸੀ ਕਿ ਜਿੰਨੇ ਵੀ ਬੀਐਡ ਦੇ ਡਾਊਟ ਹੋਣਗੇ, ਕੋਈ ਵੀ ਅਪਡੇਟ ਹੋਈ, ਅਸੀਂ ਉਸ ਚੈਨਲ ਦੇ ਵਿੱਚ ਉਸ WhatsApp ਗਰੁੱਪ ਦੇ ਵਿੱਚ ਅਪਲੋਡ ਕਰਨ ਦੀ ਜਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਨਾ ਜੋ ਵੀ ਤੁਹਾਨੂੰ ਹੋਇਆ। ਉਸ ਤੋਂ ਬਾਅਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ, ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੀ ਅਪਡੇਟਸ ਤੁਹਾਨੂੰ ਲਗਾਤਾਰ ਮਿਲਦੇ ਰਹਿਣ।